दिन तो नवजोत ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਆ ਤੇ ਪੰਜਾਬ ਦੀ ਸਿਆਸਤ ਵਿੱਚ ਉਸ ਦਿਨ ਦੀ ਸਿੱਧੂ ਸਿੱਧੂ ਹੋਈ ਪਈ ਮੱਖਣ ਲਾਉਂਦਿਆਂ ਉਹਨਾਂ ਨੇ ਇਹ ਗੱਲ ਕਹੀ ਵੀ ਦੇਖੋ ਜਦੋਂ ਮੈਂ ਉਸ ਵੇਲੇ 2017 ਵਿੱਚ ਸ਼ਸ਼ੀਲ ਰਿੰਕੂ ਲਈ ਪ੍ਰਚਾਰ ਕਰਨ ਆਇਆ ਸੀ ਜੀ ਤੇ ਸ਼ਸ਼ੀਲ ਰਿੰਕੂ ਦੀ ਮੁੱਛ ਜਿਹੜੀ ਸੀਗੀ ਉਸ ਵੇਲੇ ਪੂਰੀ ਖੜੀ ਸੀਗੀ ਪਰ ਹੁਣ ਲੱਗਦਾ ਕਿ ਥੋੜੀ ਜਿਹੀ ਠੰਡੀ ਹੋਈ ਆ ਆਪਾਂ 2022 ਚ ਫੇਰ ਮੁੱਛ ਇਦਾਂ ਹੀ ਖੜੀ ਕਰਨੀ ਪਰ ਕੁੱਲ ਮਿਲਾ ਕੇ ਜਿਹੜੀ ਗੱਲ ਆ ਉਹ ਸਿਰਫ ਦੋਨਾਂ ਧੜਿਆਂ ਦੀ ਵੀ ਹੈ ਕਿ ਸਿੱਧੂ ਦਾ ਧੜਾ ਭਾਰੀ ਆ ਤੇ ਕੈਪਟਨ ਸਾਹਿਬ ਉਹ ਤੋਂ ਮੁੱਦੇ ਖੋਣ ਦੀ ਗੱਲ ਕਰਦੇ ਆ ਤੇ ਸਿੱਧੂ ਸਾਹਿਬ ਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਜੇ ਮੈਂ ਕਾਂਗਰਸ ਨੂੰ ਐਕਟੀਵੇਟ ਕਰ ਲਵਾਂ ਤੇ ਅਗਲੀਆਂ ਇਲੈਕਸ਼ਨ ਜਿਹੜੀਆਂ ਮੇਰੇ ਲਈ ਜਿੱਤਣੀਆਂ ਸੌਖੀਆਂ ਹੋ ਜਾਣ। ਬਿਜਲੀ ਦੇ ਸਮਝੌਤੇ ਪਿਛਲੀ ਸਰਕਾਰ ਨੇ ਕੀਤੇ ਹੋਏ ਆ ਉਹ ਵੀ ਰੱਦ ਹੋਣ। ਜਦ ਕਿ ਦੇਖਿਆ ਜਾਵੇ ਤਾਂ ਉਹਨਾਂ ਬਿਜਲੀ ਸਮਝੌਤਿਆਂ ਨੂੰ ਕਰਨ ਦੇ ਵਿੱਚ ਜਾਂ ਕਰਾਉਣ ਦੇ ਵਿੱਚ ਸੈਂਟਰ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਦਾ ਵੀ ਹੱਥ। ਇਹ ਸਰਕਾਰ ਉਹਨਾਂ ਸਮਝੌਤਿਆਂ ਨਾਲ ਛੇੜਖਾਨੀ ਕਰਦੀ ਆ, ਰੱਦ ਕਰਦੀ ਆ ਤੇ ਇੱਕ ਗੱਲ ਸਵਲੀਨ ਜੀ ਪੱਕੀ ਆ ਕਿ ਉਹ ਜਿਹੜੀਆਂ ਪਾਰਟੀਆਂ ਨੇ ਉਹ ਜਿਹੜੀ ਧਿਰ ਨੇ ਜਿਹਨੇ 20-22 ਹਜ਼ਾਰ ਕਰੋੜ ਰੁਪਈਆ ਇਨਵੈਸਟ ਕਰਕੇ ਇੱਥੋਂ ਭਾਵੇਂ ਬਹੁਤੇ ਪੈਸੇ ਕਮਾ ਵੀ ਲਏ ਹੋਣਗੇ ਪਰ ਫਿਰ ਵੀ ਉਹਨਾਂ ਨੇ ਅਦਾਲਤ ਦੇ ਵਿੱਚ ਜ਼ਰੂਰ ਜਾਣਾ। ਪਰ ਜਿਹੜੀ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਗੁਜਰਾਤ ਦੇ ਵਿੱਚ ਕੁਪੋਸ਼ਣ ਨੂੰ ਜਾਂ ਸ਼ਾਇਦ ਹਿੰਦੁਸਤਾਨ ਦੇ ਵਿੱਚ ਕੁਪੋਸ਼ਣ ਦੀ ਸੀ ਰਿਪੋਰਟ ਤੇ ਗੁਜਰਾਤ ਦਾ ਉਹਦੇ ਜ਼ਿਕਰ ਪ੍ਰਧਾਨ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਹੋਈ। ਉਹਨਾਂ ਨੇ ਬੜੇ ਤਰੀਕੇ ਨਾਲ ਆਪਣੇ ਤੱਥ ਸਾਹਮਣੇ ਰੱਖੇ ਤੇ ਮੁੱਖ ਮੰਤਰੀ ਉਦੋਂ ਦੇ ਤੇ ਹੁਣ ਦੇ ਪ੍ਰਧਾਨ ਮੰਤਰੀ ਪ੍ਰਸ਼ਾਂਤ ਕਿਸ਼ੋਰ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਉਹਨਾਂ ਨੂੰ ਆਪਣਾ ਸਲਾਹਕਾਰ ਲਾ ਲਿਆ। ਸਿੱਧੂ ਸਾਹਿਬ ਤੇ ਮੁੱਖ ਮੰਤਰੀ ਤੱਕ ਰੁਕ ਜਾਣਗੇ, ਪ੍ਰਸ਼ਾਂਤ ਕਿਸ਼ੋਰ ਤੱਕ ਘੱਟ ਤੋਂ ਘੱਟ ਭਾਰਤ ਦੇ ਗ੍ਰਹਿ ਮੰਤਰੀ ਬਣਨਾ ਸੋਚਦੇ ਨੇ ਜਿੱਦਾਂ ਦੀਆਂ ਹੁਣ ਤੱਕ ਦੀਆਂ ਉਹਨਾਂ ਦੀਆਂ ਗੱਲਾਂ ਬਾਤਾਂ। ਕਾਂਗਰਸ ਦੇ ਵਰਕਰ ਆ ਉਹ ਇਸ ਗੱਲ ਤੇ ਸੋਚ ਰਹੇ ਆ ਵੀ ਜੇ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਕਾਂਗਰਸ ਵਿੱਚ ਹੁੰਦੀ ਆ ਤੇ ਭੂਮਿਕਾ ਕੀ ਹੋਊਗੀ, ਉਹਨੂੰ ਉਹਦਾ ਕਿਹੜਾ ਦਿੱਤਾ ਜਾਊਗਾ। ਇੱਥੇ ਜੇ ਸੈਰ ਕਰਨੀ ਆ ਤਾਂ ਅਨਿਲ ਅੰਬਾਨੀ ਵਾਂਗ ਕਰਨੀ ਚਾਹੀਦੀ ਆ ਕਿ ਅੱਗੇ ਅੱਗੇ ਤੁਸੀਂ ਸੈਰ ਕਰਦੇ ਹੋ, ਤੁਹਾਡੇ ਪਿੱਛੇ ਪਿੱਛੇ ਤੁਹਾਡੀ ਐਸ ਕਲਾਸ ਦੇ ਵਿੱਚ ਤੁਹਾਡੇ ਜਿਹੜੇ ਬਾਡੀਗਾਰਡ ਆ ਉਹ ਨਾਲ ਸੈਰ ਕਰਦੇ ਨੇ। ਜਿੱਦਾਂ ਦੀਆਂ ਪੜ੍ਹਾਈਆਂ ਇਹਨਾਂ ਨੇ ਆਰਐਸਐਸ ਨੇ ਜਾਂ ਬੀਜੇਪੀ ਨੇ ਆਪਣੇ ਮੰਤਰੀਆਂ ਨੂੰ, ਆਪਣੇ ਲੀਡਰਾਂ ਨੂੰ ਜਾਂ ਆਪਣੇ ਕੇਡਰ ਨੂੰ ਪੜ੍ਹਾਈਆਂ ਆ ਤੇ ਫਿਰ ਉਦਾਂ ਦਾ ਉਹਦੀ ਉਗਾਂ ਤੇ ਜਾ ਕੇ ਉਹ ਉਗਲਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ, ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੀ। ਇਸ ਤੋਂ ਇਲਾਵਾ ਗੱਲ ਕਰਾਂਗੇ ਗੋਆ ਦੇ ਮੁੱਖ ਮੰਤਰੀ ਨੇ ਕਿਹੜਾ ਵਿਵਾਦਤ ਬਿਆਨ ਦਿੱਤਾ ਹੈ ਤੇ ਕਿਹੜੇ ਬਿਆਨ ਕਰਕੇ ਉਹਨਾਂ ਦੀ ਜਾਨ ਜਿਹੜੀ ਕੁੜਿੱਕੀ 'ਚ ਫਸ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਸਾਡੇ ਨਾਲ ਇਹ ਸਾਰੇ ਮੁੱਦੇ ਡਿਸਕਸ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਬਿਲਗਾ ਜੀ, ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸੋਲੀਨ ਜੀ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਉੱਥੋਂ ਕਰਦੇ ਜਿੱਥੇ ਕੱਲ ਤੁਸੀਂ ਗਏ ਸੀ। ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ। ਸਿੱਧੂ ਸਾਹਿਬ ਜਲੰਧਰ ਆਏ ਸੀ ਤੇ ਤੁਸੀਂ ਵੀ ਉਸ ਫੇਰੀ 'ਚ ਸ਼ਾਮਿਲ ਸੀ, ਕੀ ਕਹਿਣਾ ਚਾਹੋਗੇ? ਸਵਲੀਨ, ਦਰਅਸਲ ਇਸ ਤਰ੍ਹਾਂ ਆ ਵੀ ਪਿਛਲੇ ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਆ ਤੇ ਪੰਜਾਬ ਦੀ ਸਿਆਸਤ ਵਿੱਚ ਉਸ ਦਿਨ ਦੀ ਸਿੱਧੂ ਸਿੱਧੂ ਹੋਈ ਪਈ ਆ ਤੇ ਇਹਦੇ ਵਰਕਰਾਂ ਨੂੰ ਮਿਲਣੀ ਦੌਰਾਨ ਜਿਹੜੀ ਦੁਆਬੇ ਦੇ ਜਲੰਧਰ ਸ਼ਹਿਰ ਜਿਹਨੂੰ ਕਹਿ ਸਕਦੇ ਕਿ ਮੀਡੀਆ ਦਾ ਬਹੁਤ ਵੱਡਾ ਇੱਕ ਮੀਡੀਆ ਹੱਬ ਕਹਿੰਦੇ ਹੱਬ ਕਹੀ ਜਾਂਦੀ ਆ ਤੇ ਕੱਲ ਜਿਹੜਾ ਉਹਨਾਂ ਦੀ ਅਚਾਨਕ ਬਣੀ ਫੇਰੀ ਤੇ ਉਹਦੇ ਵਿੱਚ ਕਾਂਗਰਸ ਭਵਨ ਜਲੰਧਰ ਦੇ ਵਿੱਚ ਕਾਂਗਰਸ ਵਰਕਰਾਂ ਨੇ ਉਹਨਾਂ ਦੇ ਆਉਣ ਲਈ ਪ੍ਰਬੰਧ ਵੀ ਕੀਤੇ ਤੇ ਸਵਾਗਤ ਵੀ ਕੀਤਾ। ਪਰ ਅਸੀਂ ਸ਼ੁਰੂਆਤ ਵਿੱਚ ਹੀ ਦੱਸਦੇ ਵੀ ਪ੍ਰਬੰਧ ਜਿਹੜੇ ਉਹਨਾਂ ਦੇ ਬੜੇ ਉੱਥੇ ਫਿੱਕੇ ਪੈ ਗਏ ਤੇ ਪ੍ਰਬੰਧ ਜਿਹੜੇ ਉਸ ਵੇਲੇ ਇਦਾਂ ਦੇ ਸਾਬਤ ਹੋਏ ਕਿ ਉਸ ਵੇਲੇ ਬਹੁਤ ਉੱਥੇ ਭੀੜ ਭੜੱਕਾ ਤੇ ਧੱਕ-ਮਧੱਕਾ ਦੀ ਜਿਹੜੀ ਸਥਿਤੀ ਆ ਗਈ। ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਪ੍ਰੈਸ ਨੂੰ ਸੰਬੋਧਨ ਕੀਤਾ, ਪਹਿਲਾਂ ਪ੍ਰੈਸ ਨੂੰ ਸੰਬੋਧਨ ਕਰਨ ਤੋਂ ਬਾਅਦ ਜਿਹੜਾ ਉਹਨੇ ਆਪਣੇ ਵਰਕਰਾਂ ਨੂੰ ਉੱਥੇ ਸੰਬੋਧਨ ਕੀਤਾ ਆ ਤੇ ਉਹ ਤੋਂ ਇਹ ਲੱਗ ਰਿਹਾ ਸੀਗਾ ਕਿ ਇਸ ਵੇਲੇ ਜਿਹੜੇ ਪਿਛਲੇ 4.5 ਸਾਲ ਦੇ ਵਿੱਚ ਕਾਂਗਰਸ ਦੇ ਵਰਕਰ ਆਪਣੇ ਆਪ ਨੂੰ ਕੁਝ ਸੁਸਤ ਮਹਿਸੂਸ ਕਰ ਰਹੇ ਸੀ ਜਾਂ ਐਦਾਂ ਦੀਆਂ ਉਹਨਾਂ ਦੀਆਂ ਧਾਰਨਾਵਾਂ ਸੀਗੀਆਂ ਵੀ ਸਾਡੀ ਸਰਕਾਰ ਤਾਂ 5 ਸਾਲ ਆਈ ਨਹੀਂ, ਕੰਮ ਅਕਾਲੀਆਂ ਦੇ ਹੁੰਦੇ ਰਹੇ 5 ਸਾਲ ਤੇ ਉਹ ਜਿਹੜਾ ਲੋਕਾਂ ਦੇ ਉੱਥੇ ਆਉਣ ਵਾਲੇ ਜਿਹੜੇ ਸੀਗੇ ਵਰਕਰ ਕਾਂਗਰਸ ਦੇ ਉਹਨਾਂ ਦੇ ਵਿੱਚ ਉਤਸ਼ਾਹ ਜਿਹੜਾ ਸੀ ਉਹ ਦੇਖਿਆ ਜਾਂਦਾ ਸੀਗਾ। ਭਾਵੇਂ ਕਿ ਪ੍ਰਬੰਧ ਪੱਖੋਂ ਕੋਈ ਬੜਾ ਵਧੀਆ ਉੱਥੇ ਕੋਈ ਸਿਸਟਮ ਨਹੀਂ ਸੀਗਾ ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਕੱਲ ਜਲੰਧਰ ਦੀ ਕਾਂਗਰਸ ਨੂੰ ਇਕਮੁੱਠ ਕਰਕੇ ਦਿਖਾ ਦਿੱਤਾ, ਉਹ ਤੋਂ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਪੰਜਾਬ ਦੀਆਂ ਫੇਰੀਆਂ ਆ ਇਹ ਕਾਂਗਰਸ ਲਈ ਆਉਣ ਵਾਲੀ 2022 ਲਈ ਕਿਤੇ ਨਾ ਕਿਤੇ ਇਹ ਵਧੀਆ ਢੰਗ ਦੇ ਨਾਲ ਉਹਨਾਂ ਦਾ ਪ੍ਰਦਰਸ਼ਨ ਕਰਨ ਵਿੱਚ ਸਹੀ ਸਾਬਤ ਹੋਣਗੀਆਂ। ਹੁਣ ਗੱਲ ਕਰਦੇ ਆ ਕਿ ਜਿਵੇਂ 9 ਹਲਕੇ ਵਿਧਾਨ ਸਭਾ ਪਾਏ ਜਾਂਦੇ ਆ, ਸਿਰਫ 9 ਹਲਕਿਆਂ ਦੇ ਵਿੱਚੋਂ 2 ਹਲਕਿਆਂ ਨੂੰ ਛੱਡ ਕੇ ਬਾਕੀ ਸਾਰੇ ਉੱਥੇ ਇੰਚਾਰਜ ਜਾਂ ਐਮਐਲਏ ਮੌਜੂਦ ਸਨ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਆਪਾਂ ਜਾਣਦੇ ਕਿ ਸੁਸ਼ੀਲ ਰਿੰਕੂ ਜੀ ਤੇ ਚੌਧਰੀ ਪਰਿਵਾਰ ਜਦੋਂ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਦੇ ਮੰਤਰੀ ਹੁੰਦੇ ਸਨ
ਤੇ ਨਜਾਇਜ਼ ਸਾਰੀਆਂ ਨੂੰ ਢਾਉਣ ਲਈ ਉਹ ਖੁਦ ਆਪ ਇੱਥੇ ਪਹੁੰਚੇ ਸਨ। ਜੀ ਜਦੋਂ ਅਮਲਾ ਲੈ ਕੇ ਜਲੰਧਰ ਦੇ ਵਿੱਚ ਨਜਾਇਜ਼ ਸਾਰੀਆਂ ਦੀ ਜਿਹੜੀ ਢਾਉਣ ਲਈ ਡਿਚ ਮਸ਼ੀਨਾਂ ਗਈਆਂ ਤੇ ਉਸ ਵੇਲੇ ਜਲੰਧਰ ਦੇ ਖਾਸ ਕਰਕੇ ਇਹ ਚੌਧਰੀ ਪਰਿਵਾਰ ਤੇ ਸੁਸ਼ੀਲ ਰਿੰਕੂ ਇਹਨਾਂ ਨੇ ਖਾਸਾ ਵਿਰੋਧ ਕੀਤਾ ਸੀ। ਜੀ ਤੇ ਉਸ ਵੇਲੇ ਫਿਰ ਇੱਕ ਇਦਾਂ ਦੀ ਲਹਿਰ ਬਣੀ ਸੀ ਕਿ ਇਸ ਵੇਲੇ ਸਾਡਾ ਕੈਪਟਨ ਜਿਹੜਾ ਆ ਉਹੀ ਹੀ ਸਾਡਾ ਮੁੱਖ ਮੰਤਰੀ ਆ ਤੇ ਉਹੀ ਸਾਡਾ ਹੈੱਡ ਆ। ਜੀ ਤੇ ਉਸ ਵੇਲੇ ਜਿਹੜੀਆਂ ਸਾਰੀਆਂ ਨਜਾਇਜ਼ ਸਾਰੀਆਂ ਦੀ ਢਾਟ ਹੋਈ ਸੀ, ਰੁਕ ਗਈ ਸੀਗੀ। ਪਰ ਕੱਲ ਉੱਥੇ ਦੇਖਿਆ ਗਿਆ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਜਿੰਨੇ ਉੱਥੇ ਪ੍ਰਬੰਧਕ ਸੀਗੇ, ਜਿੰਨੇ ਉੱਥੇ ਇੰਚਾਰਜ ਹਲਕਾ ਸੀਗੇ ਜਾਂ ਐਮਐਲਏ ਸੀ, ਖਾਸ ਕਰਕੇ ਸੁਸ਼ੀਲ ਰਿੰਕੂ ਜੀ ਸੁਸ਼ੀਲ ਰਿੰਕੂ ਜੀ ਨੂੰ ਉਹਨਾਂ ਨੇ ਫਿਰ ਮੱਖਣ ਲਾਉਂਦਿਆਂ ਇਦਾਂ ਦੀ ਗੱਲ ਵੀ ਕਹੀ, ਉਹਨੂੰ ਕਿ ਪਤਾ ਆ ਵੀ ਸੁਸ਼ੀਲ ਰਿੰਕੂ ਕੈਪਟਨ ਧੜੇ ਦੇ ਵਿੱਚ ਮੰਨੇ ਜਾਂਦੇ ਆ। ਮੱਖਣ ਲਾਉਂਦਿਆਂ ਉਹਨਾਂ ਨੇ ਇਹ ਗੱਲ ਕਹੀ ਵੀ ਦੇਖੋ, ਜਦੋਂ ਮੈਂ ਉਸ ਵੇਲੇ 2017 ਵਿੱਚ ਸੁਸ਼ੀਲ ਰਿੰਕੂ ਲਈ ਪ੍ਰਚਾਰ ਕਰਨ ਆਇਆ ਸੀ ਤੇ ਸੁਸ਼ੀਲ ਰਿੰਕੂ ਦੀ ਮੁੱਛ ਜਿਹੜੀ ਸੀਗੀ ਉਸ ਵੇਲੇ ਪੂਰੀ ਖੜੀ ਸੀਗੀ, ਪਰ ਹੁਣ ਲੱਗਦਾ ਕਿ ਥੋੜੀ ਜਿਹੀ ਠੰਡੀ ਹੋਈ ਆ, ਆਪਾਂ 2022 ਚ ਫੇਰ ਮੁੱਛ ਏਦਾਂ ਹੀ ਖੜੀ ਕਰਨੀ ਆ। ਇਸ ਕਰਕੇ ਕੱਲੇ ਉਹਨੇ ਉੱਥੇ ਹਲਕਾ ਵਿਧਾਇਕ ਦਾ ਨਾਂ ਲੈ ਕੇ, ਕੱਲੇ ਇੰਚਾਰਜ ਦਾ ਨਾਂ ਲੈ ਕੇ ਕੋਸ਼ਿਸ਼ ਕੀਤੀ ਆ, ਜਿੰਨੇ ਹਾਜ਼ਰ ਵਰਕਰ ਸੀ ਉਹਨਾਂ ਵਿੱਚ ਵੀ ਥੋੜੀ ਉਤਸ਼ਾਹ ਭਰਨ ਦੀ ਤੇ ਜਿਹੜੇ ਖੁਸ਼ ਕਰਨ ਦੀ ਤੇ ਜਿਹੜੇ ਨਾਲ ਆਏ ਹੋਏ ਐਮਐਲਏ ਵਿਧਾਇਕ ਸੀਗੇ ਉਹਨਾਂ ਨੂੰ ਵੀ ਪੂਰਾ ਉਹਨਾਂ ਨੇ ਬੁੱਕਲ 'ਚ ਲੈਣ ਦੀ ਕੋਸ਼ਿਸ਼ ਕੀਤੀ ਆ। ਭਾਵੇਂ ਕਿ ਖਬਰਾਂ ਬਾਅਦ ਵਿੱਚ ਆਈਆਂ ਕਿ ਜਦੋਂ ਉਹ ਕਪੂਰਥਲਾ ਪਹੁੰਚਦੇ ਆ ਤੇ ਕਪੂਰਥਲੇ ਦੇ ਵਿੱਚ ਉੱਥੇ ਦੇ ਮੁੱਖ ਜਿਹੜੇ ਰਾਣਾ ਗੁਰਜੀਤ ਸਿੰਘ ਐਮਐਲਏ ਕਪੂਰਥਲਾ ਤੇ ਜਿਹੜੇ ਆਪਣੇ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਤੋਂ ਤੇ ਭੁੱਲਾਥ ਤੋਂ ਸੁਖਪਾਲ ਸਿੰਘ ਖਹਿਰਾ, ਇਹ ਸਾਰੇ ਗੈਰ ਹਾਜ਼ਰ ਰਹੇ। ਸਿਰਫ ਉੱਥੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਜੀ ਉਹ ਪਹੁੰਚੇ ਧਾਲੀਵਾਲ ਤੇ ਉੱਥੇ ਵੀ ਇਕੱਠ-ਮੱਠ ਕਰਕੇ ਵਰਕਰਾਂ ਨੂੰ ਜ਼ਰੂਰ ਮਿਲੇ ਆ, ਪਰ ਉੱਥੇ 3 ਵਿਧਾਇਕਾਂ ਦਾ ਗੈਰ ਹਾਜ਼ਰ ਰਹਿਣਾ, ਇੱਕ ਜ਼ਿਲ੍ਹੇ ਦੇ 4 ਵਿਧਾਇਕ ਹੋਣ ਤੇ 3 ਦਾ ਵਿੱਚੋਂ ਗੈਰ ਹਾਜ਼ਰ ਰਹਿਣਾ, ਇਹ ਤੋਂ ਕਿਤੇ ਨਾ ਕਿਤੇ ਲੱਗ ਰਿਹਾ ਕਿ ਹਜੇ ਜਿਹੜਾ ਕੁਛ ਧੜਾ ਜਿਹੜਾ ਆ ਕੈਪਟਨ ਪੱਖੀ ਆ ਜਾਂ ਸਿੱਧੂ ਦੇ ਨਾਲ ਜਿਨ੍ਹਾਂ ਦੀ ਹਜੇ ਤੱਕ ਨਹੀਂ ਰਾਸ ਰਲਦੀ, ਉਹ ਕਿਤੇ ਨਾ ਕਿਤੇ ਹਜੇ ਤੱਕ ਸਿੱਧੂ ਤੋਂ ਦੂਰੀ ਬਣਾ ਕੇ ਚੱਲ ਰਿਹਾ ਹਜੇ ਨਜ਼ਰ ਆ ਰਹੀ ਆ। ਇਹ ਚੀਜ਼ ਜਲੰਧਰ ਵਿੱਚ ਦਿਸਣ ਨੂੰ ਘੱਟ ਮਿਲੀ ਕਿਉਂਕਿ ਉੱਥੇ ਚੌਧਰੀ ਪਰਿਵਾਰ ਦੇ ਜਿਵੇਂ ਆਪਣੇ ਕਰਤਾਰਪੁਰ ਤੋਂ ਵੀ ਐਮਐਲਏ ਸਾਹਿਬ ਸੁਰਿੰਦਰ ਜੀ ਆ ਗਏ ਤੇ ਵਿਕਰਮ ਫਲੋਰ ਤੋਂ ਇੰਚਾਰਜ ਉਹ ਵੀ ਆ ਗਏ ਤੇ ਸਾਰਿਆਂ ਨੇ ਉੱਥੇ ਜਿਹੜੀ ਸੁਸ਼ੀਲ ਰਿੰਕੂ ਵੀ ਆ ਗਿਆ ਤੇ ਇਸ ਕਰਕੇ ਹੈਨਰੀ ਪਰਿਵਾਰ ਦੇ ਤਾਂ ਪਹਿਲਾਂ ਉਹ ਘਰ ਵੀ ਜਾ ਕੇ ਆਏ, ਬਾਬਾ ਹੈਨਰੀ ਵੀ ਮੌਜੂਦ ਸਨ ਤੇ ਬੇਰੀ ਸਾਹਿਬ ਜਿਹੜੇ ਉਹ ਕੈਪਟਨ ਦੇ ਧੜੇ ਦੇ ਮੰਨੇ ਜਾਂਦੇ ਆ ਤੇ ਇਸ ਕਰਕੇ ਬੇਰੀ ਸਾਹਿਬ ਵੀ ਕੱਲ ਉੱਥੇ ਆ ਗਏ। ਪਰ ਫਿਰ ਵੀ ਜਲੰਧਰ ਵਿੱਚ ਏਡੀ ਪਾਟੋ ਧਾੜ ਦੇਖਣ ਨੂੰ ਨਹੀਂ ਮਿਲੀ ਤੇ ਕਪੂਰਥਲਾ ਦੇ ਵਿੱਚ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਫੇਰੀ ਜਿਹੜੀ ਹੋਈ ਆ ਉਹਦੇ ਤੇ ਜਿਹੜੇ 3 ਵਿਧਾਇਕਾਂ ਦਾ ਉੱਥੇ ਨਾਂ ਪਹੁੰਚਣਾ ਉਹ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜੀ ਸ਼ਰਮਾ ਜੀ, ਅਨੁਸੂਚਿਤ ਜਾਤੀ ਬਿੱਲ ਬਾਰੇ ਕੈਪਟਨ ਸਾਹਿਬ ਕੀ ਕਹਿੰਦੇ ਨੇ? ਦੇਖੋ ਜੀ, ਇਦਾਂ ਲੱਗਦਾ ਕਿ ਜਿੱਦਾਂ ਕੈਪਟਨ ਸਾਹਿਬ ਤੇ ਮੋਦੀ ਸਾਹਿਬ ਕਦੀ ਵਾਰ ਸਲਾਹ ਕਰ ਲੈਂਦੇ ਨੇ। ਉੱਥੇ ਉਹਨਾਂ ਨੇ ਇੱਕ ਰਿਜ਼ਰਵੇਸ਼ਨ ਦੀ ਗੱਲ ਕੀਤੀ ਆ ਮੈਡੀਕਲ ਐਜੂਕੇਸ਼ਨ ਦੇ ਵਿੱਚ OBCs ਲਈ, ਇੱਥੇ ਇਹਨਾਂ ਨੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਜਿਹੜੀਆਂ ਨੇ ਉਹਨਾਂ ਲਈ ਇੱਕ ਖਾਸ ਬਿੱਲ ਲਿਆਉਣ ਦੀ ਗੱਲ ਕੀਤੀ ਹੈ। ਇਹ ਬਿੱਲ ਵੀ ਇਸੇ ਤਰ੍ਹਾਂ ਆ ਕਿ ਬਜਟ ਦੇ ਵਿੱਚ ਇਹਨਾਂ ਜਾਤੀਆਂ ਲਈ ਜਾਂ ਜਾਤੀ ਵਿਸ਼ੇਸ਼ ਦੇ ਲੋਕਾਂ ਲਈ ਜਿਹੜੀਆਂ ਸਕੀਮਾਂ ਨੇ ਜਾਂ ਉਹਦੇ ਵਿੱਚ ਜਿਹੜਾ ਵਾਧਾ ਆ ਉਹ ਕੀਤਾ ਜਾਵੇਗਾ ਤੇ ਜਿਹੜਾ ਸਾਰਾ ਦਾ ਸਾਰਾ ਬਜਟ ਆ ਜਿੰਨਾ ਵੀ ਉਹਦੇ ਲਈ ਐਲੋਕੇਟ ਕੀਤਾ ਜਾਵੇਗਾ ਉਹਨੂੰ ਖਰਚਾ ਕਰਨ ਦੀ ਵੀ ਜਿਹੜੀ ਆ ਉਹ ਤਜਵੀਜ਼ ਆ ਜਾਂ ਹੋਰ ਵੀ ਉਹਦੇ ਲਈ ਜਿਹੜੀਆਂ ਗੱਲਾਂ ਨੇ ਰੱਖੀਆਂ ਗਈਆਂ ਨੇ। ਇਸ ਬਿਆਨ ਤੋਂ ਪਹਿਲਾਂ ਕੁਝ ਦੇਰ ਪਹਿਲਾਂ ਸਿੱਧੂ ਸਾਹਿਬ ਨੇ ਇੱਕ ਮੀਟਿੰਗ ਪਲਾਨ ਕੀਤੀ ਸੀ ਪੰਜਾਬ ਦੇ ਸਾਰੇ SC ST ਜਿਹੜੇ ਨੇ ਤੇ OBC ਮਿਨਿਸਟਰ ਨੇ ਜਾਂ MLAs ਨੇ ਉਹਨਾਂ ਦੀ, ਕੋਈ 20 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਆ ਜਿਹੜੇ ਪੰਜਾਬ ਦੇ ਵਿੱਚ MLAs ਨੇ। ਉਸ ਮੀਟਿੰਗ ਦੀ ਜਿੱਦਾਂ ਹੀ ਖਬਰ ਮਿਲੀ ਕੈਪਟਨ ਸਾਹਿਬ ਨੂੰ ਤੇ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਿ ਅਸੀਂ ਇਹਨਾਂ ਲਈ ਇੱਕ ਸਪੈਸ਼ਲ ਬਿੱਲ ਲਿਆ ਰਹੇ ਹਾਂ। ਜਦੋਂ ਪੰਜਾਬ ਦੀ ਸਾਰੀ ਸਿਆਸਤ ਨੂੰ ਦੇਖੀਏ ਤੇ ਕੁਝ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਡਿਪਟੀ ਮੁੱਖ ਮੰਤਰੀ ਪੰਜਾਬ ਦੇ ਵਿੱਚੋਂ ਦਲਿਤ ਹੋਵੇਗਾ ਤੇ BJP ਬਹੁਤ ਦਿਨਾਂ ਤੋਂ ਕਹਿ ਰਹੀ ਆ ਕਿ ਅਸੀਂ 117 ਦੀਆਂ 117 ਸੀਟਾਂ ਲੜਨੀਆਂ ਤੇ ਸਾਰੀਆਂ ਜਿੱਤਣੀਆਂ ਵੀ ਆ। ਉਹਨਾਂ ਨੇ ਕਿਹਾ ਸੀਗਾ ਕਿ ਸਾਡਾ ਮੁੱਖ ਮੰਤਰੀ ਹੀ ਦਲਿਤ ਹੋਵੇਗਾ। ਜਦੋਂ ਕਾਂਗਰਸ ਦੇ ਵਿੱਚ ਰੌਲਾ ਪੈਂਦਾ ਤੇ ਇੱਥੇ ਜਿਹੜੇ 4 ਐਗਜ਼ੀਕਿਊਟਿਵ ਪ੍ਰਧਾਨ ਲਾਏ ਜਾਂਦੇ ਨੇ, ਕਾਰਜਕਾਰੀ ਪ੍ਰਧਾਨ ਜਿਹੜੇ ਲਾਏ ਉਹਨਾਂ ਚੋਂ ਵੀ ਦਲਿਤ ਹੋਣ ਦੀ ਇੱਕ ਗੱਲ ਸੀ ਤੇ ਹੋਰ ਵੀ ਜਿਹੜੀ ਗੱਲ ਸੀ ਤੇ ਲਾਇਆ ਵੀ ਉਹਨਾਂ ਦੇ ਵਿੱਚੋਂ ਇੱਕ ਫਿਰ ਬੰਦਾ ਦਲਿਤ ਕਰਕੇ ਗਿਆ, ਭਾਵੇਂ ਉਹ ਰਾਹੁਲ ਗਾਂਧੀ ਦੇ ਕੋਟੇ ਚੋਂ ਸੀ ਜਾਂ ਉਹਦੇ ਸੈਂਟਰ ਨਾਲ ਚੰਗੇ ਸਬੰਧ ਸੀ, ਕੇਂਦਰ ਦੇ ਵਿੱਚ ਜਿਹੜੀ ਕਾਂਗਰਸ ਦੀ ਪਾਰਟੀ ਉਹਦੇ ਨਾਲ ਮਤਲਬ ਦਲਿਤ ਪੱਤਾ ਸਾਰੇ ਖੇਡ ਰਹੇ ਨੇ। ਹੁਣ ਇਹਨੂੰ ਜਦੋਂ ਤੁਸੀਂ ਸਟੇਟ ਦੀ ਸਿਆਸਤ ਨਾਲ ਦੇਖਦੇ ਆ ਬਾਕੀ ਪਾਰਟੀਆਂ ਦੇ ਨਜ਼ਰੀਏ ਚੋਂ ਤਾਂ ਇਹ ਗੱਲ ਉਹਨਾਂ ਨੇ ਪਹਿਲਾਂ ਸਾਫ਼ ਕਰਤੀ ਕਿ ਅਸੀਂ ਜਿਹੜਾ ਇੱਕ ਬਿੱਲ ਲਿਆਵਾਂਗੇ ਤੇ ਇਹਨਾਂ ਦੀ ਜਿਹੜੀ ਭਲੇ ਦੀ ਗੱਲ ਉਹ ਪਹਿਲਾਂ ਹੀ ਕਰ ਦਿਆਂਗੇ। ਨਾਲ ਦੀ ਨਾਲ ਜੇ ਕਰੀਏ ਗੱਲ ਕੈਪਟਨ ਤੇ ਸਿੱਧੂ ਦੇ ਖੇਮੇ ਦੀ, ਜਿੱਦਾਂ ਤੁਸੀਂ ਹੁਣੇ ਗੱਲ ਕਰਦੇ ਹਟੇ ਬਿਲਗਾ ਸਾਹਿਬ ਨਾਲ, ਤੇ ਉਹਦੇ ਵਿੱਚ ਇਸ ਤੋਂ ਪਹਿਲਾਂ ਕਿ ਸਿੱਧੂ ਸਾਹਿਬ ਉਸ ਮੀਟਿੰਗ ਨੂੰ ਪਲਾਨ ਕਰਦੇ ਕੈਪਟਨ ਸਾਹਿਬ ਨੇ ਪਹਿਲਾਂ ਹੀ ਇੱਕ ਜਿਹੜਾ ਪੱਤਾ ਸੀ ਉਹ ਖੇਡ ਦਿੱਤਾ। ਜਦ ਕਿ ਜੇ ਪਿਛਲੇ 4 ਸਾਲਾਂ ਦੀ ਗੱਲ ਕਰੀਏ ਤੇ ਜਿਹੜੇ ਦਲਿਤ MLAs ਨੇ ਜਾਂ ਮਿਨਿਸਟਰਸ ਨੇ ਉਹ ਇਸ ਗੱਲ ਦੇ ਉੱਤੇ ਬਹੁਤ ਦੇਰ ਤੋਂ ਰੌਲਾ ਪਾ ਰਹੇ ਨੇ ਕਿ ਸਾਨੂੰ ਜਿਹੜੀਆਂ ਸੀਟਾਂ ਵੀ ਘੱਟ ਮਿਲਦੀਆਂ ਨੇ ਤੇ ਜਿਹੜੇ ਸਾਡੇ ਮਸਲੇ ਨੇ ਉਹ ਵੀ ਹੱਲ ਜਿਹੜੇ ਨਹੀਂ ਹੋ ਰਹੇ। ਇਸ ਤੋਂ ਬਾਅਦ ਜਿੱਦਾਂ ਅਸੀਂ SC ST ਵਜ਼ੀਫੇ ਦੇ ਘੁਟਾਲੇ ਦੀ ਗੱਲ ਕਰਦੇ ਹਾਂ,
ਪੰਜਾਬ ਦੇ ਵਿੱਚ ਹੀ ਆਦਮਪੁਰ ਤੋਂ ਵਿਧਾਇਕ ਨੇ ਪਵਨ ਕੁਮਾਰ ਟੀਨੂ, ਉਹਨਾਂ ਨੇ ਬਹੁਤ ਵਾਰ ਇਹ ਮੁੱਦਾ ਚੱਕਿਆ ਜੀ। ਕੇਂਦਰ ਕੋਲ ਵੀ ਇਹ ਮੁੱਦਾ ਗਿਆ, ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਉਹਨਾਂ ਨੇ ਸੈਂਟਰ ਦੇ ਵਿੱਚ ਜਾ ਕੇ ਵੀ ਇਹ ਗੱਲ ਕੈਪਟਨ ਦੀ ਸਰਕਾਰ ਦੇ ਖਿਲਾਫ ਰੱਖੀ ਸੀ ਆਪਣੇ ਉੱਥੇ, ਕਿ ਜਿਹੜਾ ਇਹ ਮੁੱਦਾ ਆ ਇਹਦੇ ਵਿੱਚ ਪੰਜਾਬ 'ਚ ਧਿਆਨ ਦਿੱਤਾ ਜਾਵੇ। ਇਹਦੇ 'ਚ 50 ਤੋਂ ਜ਼ਿਆਦਾ ਕਰੋੜ ਰੁਪਏ ਦਾ ਘਪਲਾ ਆ, ਕਈ ਵਾਰ 60 ਕਰੋੜ ਕਿਹਾ ਜਾਂਦਾ, ਕਈ ਵਾਰ 65 ਕਰੋੜ ਕਿਹਾ ਜਾਂਦਾ। ਉਹਦੇ 'ਚ ਹੋਇਆ ਉਹ ਕਹਿੰਦੇ ਆ ਉਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਕਹਿਣ ਦੇ ਮੁਤਾਬਕ ਕਿ ਕੇਂਦਰ ਸਰਕਾਰ ਤੋਂ ਜਿਹੜੀ ਵਜ਼ੀਫੇ ਦੀ ਰਕਮ ਆਈ ਆ ਉਹ ਜਿਹੜੀ ਸੰਬੰਧਿਤ ਮਿਨਿਸਟਰ ਸੀ ਸਾਧੂ ਸਿੰਘ ਧਰਮਸੋਤ, ਉਹਨਾਂ ਨੇ ਕਿਸੇ ਹੋਰ ਪਾਸੇ ਉਹ ਖਰਚ ਲਈ ਜੀ। ਜਦ ਕਿ ਕਿਹਾ ਇਹ ਜਾਂਦਾ ਕਿ ਇੱਥੇ ਘਪਲਾ ਵੀ ਹੋਇਆ। ਬਹੁਤ ਜ਼ੋਰ ਸ਼ੋਰ ਨਾਲ ਇਹ ਮੁੱਦਾ ਪਿਛਲੇ ਸਾਲ 2 ਸਾਲ ਤੋਂ ਚੱਲ ਰਿਹਾ, ਪਰ ਕੈਪਟਨ ਸਾਹਿਬ ਨੇ ਇਸ ਮੁੱਦੇ ਦੇ ਉੱਤੇ ਜਿਹੜੀ ਆ ਕਲੀਨ ਚਿੱਟ ਦੇ ਦਿੱਤੀ ਸੀ ਜੀ। ਦੇਖੋ, ਕਲੀਨ ਚਿੱਟ ਦੇ ਕੇ ਤੁਸੀਂ ਆਪਣੇ ਐਮਐਲਏ ਜਾਂ ਆਪਣੇ ਮਿਨਿਸਟਰ ਦਾ ਬਚਾਅ ਤਾਂ ਕਰ ਲੈਂਦੇ ਆ, ਪਰ ਜਿਹੜੇ ਸੰਬੰਧਿਤ ਧਿਰਾਂ ਨੇ, ਜਿਹੜੇ ਉਹ ਸਟੂਡੈਂਟ ਨੇ, ਜਿਹੜੇ ਉਹ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੇ ਨੇ, ਜਿਨ੍ਹਾਂ ਨੂੰ ਉਹ ਪੈਸੇ ਮਿਲਣੇ ਸੀ ਨਹੀਂ ਮਿਲੇ, ਉਹ ਤੇ ਤੁਹਾਡੇ ਤੋਂ ਖਿਲਾਫ ਨੇ। ਫਿਰ ਉਹੀ ਲੋਕ ਰਹਿੰਦੇ ਤੇ ਪੰਜਾਬ ਦੇ ਵਿੱਚ ਹੀ ਨੇ। ਉਹ ਜਦੋਂ ਹਲਕੇ ਦੇ ਵਿੱਚ ਐਮਐਲਏ ਨੂੰ ਉਹ ਮਸਲਾ ਝੱਲਣਾ ਪੈਂਦਾ ਹੈ ਤੇ ਫਿਰ ਉਹ ਮੁਸ਼ਕਲ ਆਉਂਦੀ ਆ। ਹੁਣ ਇਹ 18 ਨੁਕਾਤੀ ਜਿਹੜਾ ਪ੍ਰੋਗਰਾਮ ਸੀ, ਜਾਂ ਕਈ ਵਾਰ ਉਹਦੇ ਨੁਕਤੇ 18 ਦੱਸੇ ਜਾਂਦੇ ਆ, ਕਈ ਵਾਰ 20 ਤੇ 21 ਵੀ ਹੁੰਦੇ ਆ, ਉਹਨਾਂ ਨੁਕਤਿਆਂ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਸ਼ਾਮਲ ਆ। ਸੋ ਉਹ ਜਿਹੜਾ ਪਲਾਨ ਹੁਣ ਇਹਨਾਂ ਨੇ ਬਿੱਲ ਦੀ ਗੱਲ ਤੇ ਕਰ ਦਿੱਤੀ ਕਿ ਅਸੀਂ ਬਿੱਲ ਲਿਆਵਾਂਗੇ। ਗੱਲਾਂ ਤੇ ਦੇਖੋ, ਜਿੱਦਣ ਤੋਂ ਨਵਜੋਤ ਸਿੰਘ ਸਿੱਧੂ ਨੂੰ ਕਮਾਨ ਮਿਲੀ ਆ, ਕੈਪਟਨ ਸਾਹਿਬ ਵੀ ਬਹੁਤ ਕਾਲੇ ਨੇ। ਕਦੇ ਉਹ ਜਰਮਨ ਦੇ ਐਂਬੈਸਡਰ ਨੂੰ ਮਿਲਦੇ ਨੇ ਇਨਵੈਸਟਮੈਂਟ ਲਈ, ਤੇ ਕਦੇ ਉਹ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਕਰਦੇ ਆ, ਕਦੀ ਹੁਣ SC ST ਜਿਹੜੇ ਵਜ਼ੀਫੇ ਆ ਉਹਨਾਂ ਲਈ ਵੀ CBI ਜਾਂਚ ਦੀ ਗੱਲ ਕਰਦੇ ਆ। ਪਰ ਕੁੱਲ ਮਿਲਾ ਕੇ ਜਿਹੜੀ ਗੱਲ ਆ ਉਹ ਸਿਰਫ ਦੋਨਾਂ ਧੜਿਆਂ ਦੀ ਵੀ ਹੈ ਕਿ ਸਿੱਧੂ ਦਾ ਧੜਾ ਭਾਰੀ ਆ ਤੇ ਕੈਪਟਨ ਸਾਹਿਬ ਉਹ ਤੋਂ ਮੁੱਦੇ ਖੋਣ ਦੀ ਗੱਲ ਕਰਦੇ ਆ। ਤੇ ਸਿੱਧੂ ਸਾਹਿਬ ਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਜੇ ਮੈਂ ਕਾਂਗਰਸ ਨੂੰ ਐਕਟੀਵੇਟ ਕਰ ਲਵਾਂ ਤੇ ਅਗਲੀਆਂ ਇਲੈਕਸ਼ਨ ਜਿਹੜੀਆਂ ਮੇਰੇ ਲਈ ਜਿੱਤਣੀਆਂ ਸੌਖੀਆਂ ਹੋ ਜਾਣਗੀਆਂ। ਬਿਲਕੁਲ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਗੱਲ ਇਹ ਹੈਗੀ ਆ ਵੀ ਕੱਲ ਦਾ ਜਿਹੜਾ ਆਪਾਂ ਕਾਂਗਰਸ ਦਾ ਉਤਸ਼ਾਹ ਬਾਰੇ ਤਾਂ ਪਹਿਲਾਂ ਗੱਲ ਕਰ ਲਈ ਆ, ਪਰ ਉੱਥੇ ਇੱਕ ਚੀਜ਼ ਜਿਹੜੀ ਆ ਵੀ ਖਾਸ ਸਿੱਧੂ ਨੇ ਟਾਰਗੇਟ ਕੀ ਕੀਤਾ ਆ। ਟਾਰਗੇਟ ਉਹੀ ਕੀਤਾ ਜਿਹੜਾ 18 ਨਕਾਤੀ ਪ੍ਰੋਗਰਾਮ ਜਿਹੜਾ ਸੈਂਟਰ ਵੱਲੋਂ ਦਿੱਤਾ ਗਿਆ ਆ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਉਹ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕੱਲ ਕਹੀ ਆ ਕਿ ਉਸ ਪ੍ਰੋਗਰਾਮ ਨੂੰ ਬੜੀ ਤੇਜ਼ੀ ਦੇ ਨਾਲ ਅਸੀਂ ਵਿਦਿਨ 6 ਮੰਥ ਸਰਕਾਰ ਐਸ ਦੇ ਵਿੱਚ ਹੁੰਦਿਆਂ ਉਹਨੂੰ ਇੰਪਲੀਮੈਂਟ ਕਰਾ ਕੇ ਬਰਗਾੜੀ ਮਸਲੇ ਦਾ ਵੀ ਹੱਲ ਕਰਾਵਾਂਗੇ। ਤੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਚਿੱਟੇ ਦਾ ਦੌਰ ਚੱਲਿਆ, ਖਾਸ ਕਰਕੇ ਉਹਨਾਂ ਨੇ ਮਾਝੇ ਦੇ ਇੱਕ ਅਕਾਲੀ ਲੀਡਰ ਦੀ ਜਿਹੜਾ 6 ਫੁੱਟ 4 ਇੰਚ ਦਾ ਵੇਰਵਾ ਦੇ ਕੇ ਉਹਨੇ ਕਿਹਾ ਵੀ ਇੱਕ ਕਾਂ ਟੰਗਣ ਦੀ ਲੋੜ ਆ ਮਾਰ ਕੇ, ਤੇ ਉਹਦੇ ਨਾਲ ਉਹਨਾਂ ਨੇ ਹੋਰ ਵੀ ਨਾਂ ਲਏ ਜਿਹੜੇ ਇਹ ਡਰੱਗ ਪੈਡਲਰ ਦੇ ਨਾਲ ਜੁੜੇ ਰਹੇ ਲੋਕ ਆ। ਤੇ ਉਹ ਤੋਂ ਬਾਅਦ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਦੁਆਬੇ ਨੂੰ ਜਾਂ SC ਭਾਈਚਾਰੇ ਨੂੰ ਇਗਨੋਰ ਨਹੀਂ ਕੀਤਾ ਜਾ ਰਿਹਾ, ਵੀ ਅਸੀਂ ਜਿਹੜੀ ਆ ਮੀਟਿੰਗ ਜਿਹੜੀ ਆ ਉਹ SC MLA ਦੀ ਕਰ ਰਹੇ ਹਾਂ। ਔਰ ਜਿਹੜੀ ਅੱਜ ਮੀਟਿੰਗ ਉਹ SC ਭਾਈਚਾਰੇ ਦੇ ਜਿੰਨੇ MLA ਹੈਗੇ ਉਹਨਾਂ ਦੀ ਮੀਟਿੰਗ ਚੰਡੀਗੜ੍ਹ ਅੱਜ ਵੀ ਚੱਲ ਰਹੀ ਆ। ਹੁਣ ਦੇਖਦੇ ਆ ਕਿ ਕਾਂਗਰਸ ਇਹ ਗੱਲ ਸਮਝ ਗਈ ਆ ਜਾਂ ਕਹਿ ਸਕਦੇ ਨੇ ਪਿੱਛੇ ਜਿਹੜਾ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਬੈਠੀ ਆ, ਉਹਨਾਂ ਨੂੰ ਪਤਾ ਲੱਗ ਗਿਆ ਵੀ 31-32% ਜਿਹੜੀ SC ਆਬਾਦੀ ਖਾਸ ਕਰਕੇ ਦੁਆਬਾ ਦੇ ਬੈਲਟ ਆ, ਉਹਨੂੰ ਕਿਸੇ ਤਰ੍ਹਾਂ ਵੀ ਅਣਦੇਖਿਆ ਕਰਕੇ ਪੰਜਾਬ ਦੇ ਵਿੱਚ ਨਹੀਂ ਚੱਲ ਸਕਦਾ। ਸੂਬੇ ਦੀ ਸਿਆਸਤ ਦੇ ਕੁਝ ਪੰਨੇ ਹੋਰ ਵੀ ਫੋਲਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਇੱਕ ਹੈਪੀ ਬਾਜਵਾ ਖੁਦਕੁਸ਼ੀ ਮਾਮਲਾ ਬੜਾ ਚਰਚਾ 'ਚ ਆ ਤੇ ਸਿੱਧੂ ਸਾਹਿਬ ਦਾ ਵੀ ਨਾਂ ਆ ਰਿਹਾ। ਬਿਲਕੁਲ ਸਵਲੀਨ, ਇਹ ਹੈਪੀ ਬਾਜਵਾ ਜਾਂਗਪੁਰ ਪਿੰਡ ਆ ਦਾਖਾ ਹਲਕਾ ਦੇ ਵਿੱਚ, ਜਿੱਥੋਂ ਕੈਪਟਨ ਸੰਦੀਪ ਸੰਧੂ ਜਦੋਂ ਬਾਈ ਇਲੈਕਸ਼ਨ ਹੁੰਦੀ ਆ ਉੱਥੋਂ ਕੈਪਟਨ ਅਮਰਿੰਦਰ ਸਿੰਘ ਉਹਨੂੰ ਲੜਾਉਂਦੇ ਆ, ਪਰ ਜਿੱਤੇ ਉੱਥੋਂ ਮਨਪ੍ਰੀਤ ਆਲੀ ਜਿਹੜੇ ਆ ਉਹ ਅਕਾਲੀ ਦਲ ਦੇ ਉੱਥੋਂ ਜਿੱਤ ਪ੍ਰਾਪਤ ਬਾਈ ਇਲੈਕਸ਼ਨ ਕਰ ਜਾਂਦੇ ਆ। ਇਹ ਵੀ ਵੱਡੀ ਉਸ ਵੇਲੇ ਹਲਕੇ ਦੇ ਵਿੱਚ ਸੀਗੀ ਗੱਲ ਕਿ ਕਾਂਗਰਸ ਸਰਕਾਰ ਹੁੰਦਾ ਹੋਇਆ ਦਾਖਾਂ ਵਿੱਚੋਂ ਮਨਪ੍ਰੀਤ ਆਲੀ ਕਿੱਦਾਂ ਜਿੱਤ ਗਿਆ। ਉਸ ਹਲਕੇ ਦਾ ਵਰਕਰ ਹੈ ਦਲਜੀਤ ਸਿੰਘ ਹੈਪੀ ਬਾਜਵਾ ਉਹਨੂੰ ਕਹਿੰਦੇ ਆ, ਤੇ ਕਾਂਗਰਸ ਦੇ ਵਿੱਚ ਉਹ ਆਲ ਇੰਡੀਆ ਕੋਆਰਡੀਨੇਟਰ ਦੀ ਸੇਵਾ ਤੇ ਆਪਣਾ ਉਹਦੇ ਤੇ ਕੰਮ ਵੀ ਕਰਦਾ ਰਿਹਾ। ਉਹਦਾ ਕੋਈ ਵਿਵਾਦ ਚੱਲਦਾ ਸੀ ਕਿਸੇ ਪਲਾਟ ਨੂੰ ਲੈ ਕੇ ਜਾਂ ਕਿਸੇ ਆਪਣੀ ਪ੍ਰਾਪਰਟੀ ਨੂੰ ਲੈ ਕੇ। ਉਹ ਕੁਝ ਦੇਰ ਪਹਿਲਾਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ ਇੱਕ ਵੀਡੀਓ ਮਤਲਬ ਸੰਬੋਧਨ ਕਰਕੇ ਪਾਉਂਦਾ ਹੈ ਵੀ ਇੱਦਾਂ ਦਾ ਕਾਂਗਰਸ ਸਰਕਾਰ ਹੁੰਦਿਆਂ ਹੋਇਆਂ ਔਰ ਕਾਂਗਰਸ ਲਈ ਮੈਂ ਬੜੀਆਂ ਦਰੀਆਂ ਵਿਛਾਈਆਂ ਤੇ ਕਾਂਗਰਸ ਲਈ ਮੈਂ ਬੜੇ ਕੰਮ ਕੀਤੇ ਆ, ਮੇਰੀ ਆਪਣੀ ਸਰਕਾਰ ਦੇ ਵਿੱਚ ਮੈਨੂੰ ਇਨਸਾਫ ਨਹੀਂ ਮਿਲ ਰਿਹਾ। ਉਹ ਚੀਜ਼ ਨੂੰ ਲੈ ਕੇ ਜਦੋਂ ਵੀਡੀਓ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਖੁਦਕੁਸ਼ੀ ਕਰ ਜਾਂਦਾ ਹੈ। ਬੜੀ ਮੰਦਭਾਗੀ ਗੱਲ ਆ, ਕਿਸੇ ਤਰ੍ਹਾਂ ਦੇ ਵੀ ਮੈਟਰ ਹੋਣ, ਕਿਸੇ ਤਰ੍ਹਾਂ ਦੀ ਵੀ ਕੋਈ ਦੁੱਖ ਤਕਲੀਫ ਹੋਵੇ, ਦੁਨੀਆ ਤੋਂ ਚਲੇ ਜਾਣਾ ਕਿਸੇ ਇਨਸਾਨ ਦਾ ਇਹ ਬੜੀ ਮਾੜੀ ਗੱਲ ਆ। ਪਰ ਜਦੋਂ ਇਸ ਗੱਲ ਦਾ ਨੋਟਿਸ ਜਿਹੜਾ ਆ ਜਾਂ ਪਤਾ ਲੱਗਦਾ ਨਵਜੋਤ ਸਿੰਘ ਸਿੱਧੂ ਦੀ ਟੀਮ ਨੂੰ ਪਤਾ ਲੱਗਦਾ, ਤੇ ਉਸੇ ਵੇਲੇ ਨਵਜੋਤ ਸਿੰਘ ਸਿੱਧੂ ਨੇ ਪ੍ਰੋਗਰਾਮ ਬਣਾ ਕੇ ਉਸ ਜੰਗਪੁਰ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ, ਸਾਰੀ ਘਟਨਾ ਸਮਝੀ ਆ, ਉੱਥੇ ਫਿਰ ਐਲਾਨ ਵੀ ਕੀਤੇ ਨੇ
ਤੇ ਇਹ ਚੀਜ਼ ਨੂੰ ਦੇਖਦੇ ਹੋਏ ਲੱਗਦਾ ਆ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸੀ ਵਰਕਰਾਂ ਦੀਆਂ ਜਿਹੜੀਆਂ ਆਸਾਂ ਆ ਜਾਂ ਕਾਂਗਰਸੀ ਵਰਕਾਂ ਦੇ ਨਾਲ ਜਿਹੜਾ ਟੱਚ ਆ ਉਹ ਨਵਜੋਤ ਸਿੱਧੂ ਨੇ ਪਹਿਲੇ ਪ੍ਰਧਾਨਾਂ ਦੇ ਮੁਕਾਬਲੇ ਆਪਣੀ ਜਿਹੜੀ ਕਾਰਜਸ਼ੈਲੀ ਨੂੰ ਬਦਲਵੇਂ ਰੂਪ ਵਿੱਚ ਪੇਸ਼ ਕੀਤਾ ਹੈ। ਆਪਾਂ ਪਹਿਲਾਂ ਦੇਖਦੇ ਹਾਂ ਕਿ ਕੁਝ ਘਟਨਾਵਾਂ ਕੋਵਿਡ ਦੌਰਾਨ ਵੀ ਵਾਪਰੀਆਂ ਤੇ ਕੈਪਟਨ ਜਿਵੇਂ ਕਿ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਵੱਢ ਹੋ ਗਿਆ ਸੀ ਪਟਿਆਲੇ ਕਿਸੇ ਇੱਕ ਨਿਹੰਗ ਜਥੇਬੰਦੀਆਂ ਦੇ ਝਗੜੇ ਵਿੱਚ, ਜਾਂ ਹੋਰ ਇਦਾਂ ਦੀਆਂ ਕੁਝ ਘਟਨਾਵਾਂ ਵਾਪਰੀਆਂ ਸੀ ਜਿਨ੍ਹਾਂ ਤੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲਿੰਗ ਦੌਰਾਨ ਤਾਂ ਉਹਨਾਂ ਦੇ ਨਾਲ ਆਪਣਾ ਦੁੱਖ ਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਬੰਧ ਕਰਕੇ ਉਹਨਾਂ ਦੇ ਨਾਲ ਸਾਂਝ ਪਾਈ ਸੀਗੀ, ਪਰ ਡਾਇਰੈਕਟ ਇੱਕ ਪ੍ਰਧਾਨ ਦਾ, ਚਾਹੇ ਆਪਾਂ ਪਿਛਲੇ ਪ੍ਰਧਾਨ ਦੇਖੇ ਆ ਸੁਨੀਲ ਜਾਖੜ ਵੀ ਸੀ ਜਾਂ ਹੋਰ ਵੀ ਸੀਗੀ, ਤੇ ਇਹ ਕਿਸੇ ਨੇ ਵੀ ਇਦਾਂ ਕਦੀ ਕਿਸੇ ਦੇ ਘਰ ਪਹੁੰਚ ਨਹੀਂ ਕੀਤੀ ਜੇ ਇੱਕ ਵਰਕਰ ਦੇ ਵਿੱਚ ਕੋਈ ਇਦਾਂ ਦੀ ਪਰਿਵਾਰ 'ਚ ਘਟਨਾ ਵਾਪਰ ਗਈ ਆ। ਨਵਜੋਤ ਸਿੰਘ ਸਿੱਧੂ ਉੱਥੇ ਗਏ ਨੇ, ਉੱਥੇ ਉਹਨਾਂ ਨੂੰ ਮਾਲੀ ਮਦਦ ਦੇਣ ਦਾ ਵੀ ਉਹਨੇ ਐਲਾਨ ਕੀਤਾ ਆ ਤੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਦੁੱਖ ਸਾਂਝਾ ਕੀਤਾ, ਇਹ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜੇਕਰ ਨਵਜੋਤ ਸਿੰਘ ਸਿੱਧੂ ਇੰਨਾ ਹਰਮਨ ਪਿਆਰਾ ਹੋ ਰਿਹਾ ਤਾਂ ਉਹਦੇ ਕਾਰਨ ਕੁਝ ਇਹ ਵੀ ਦੇਖੇ ਜਾ ਰਿਹਾ ਕਿ ਜਿਸ ਤਰ੍ਹਾਂ ਪਿੰਡ ਦੇ ਵਿੱਚ ਜਾਣਾ ਤੇ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ, ਇਹ ਨਵਜੋਤ ਸਿੰਘ ਸਿੱਧੂ ਦੇ ਕੱਲ ਉੱਥੇ ਜਾਣ ਤੇ ਲੋਕਾਂ ਦੇ ਨਾਲ ਇਹ ਪਰਿਵਾਰ ਨੂੰ ਇਹ ਲੱਗਿਆ ਆ ਵੀ ਚੱਲ ਕੋਈ ਨਹੀਂ, ਸਾਡਾ ਜੇ ਬੱਚਾ ਚਲੇ ਗਿਆ ਉਹ ਤਾਂ ਮੁੜ ਕੇ ਆ ਨਹੀਂ ਸਕਦਾ, ਘੱਟੋ ਘੱਟ ਜਿਹੜਾ ਉਹਨੇ ਦੁੱਖ ਦੱਸਿਆ ਸੀਗਾ ਉਸ ਦੁੱਖ ਨੂੰ ਸੁਣ ਕੇ ਕੋਈ ਸਾਡਾ ਲੀਡਰ ਸਾਡੇ ਪਹੁੰਚਿਆ ਤਾਂ ਹੈ। ਉੱਥੇ ਫਿਰ ਪੁਲਿਸ ਨੂੰ, ਨਵਜੋਤ ਸਿੰਘ ਸਿੱਧੂ ਨੇ ਵੀ ਉੱਥੇ ਲੋਕਲ ਪੁਲਿਸ ਨੂੰ ਬਕਾਇਦਾ ਇਸ ਗੱਲ ਦੇ ਨਿਰਦੇਸ਼ ਦਿੱਤੇ ਆ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪਰਿਵਾਰ ਦੇ ਨਾਲ ਜਿਹੜੀ ਕੋਈ ਗੱਲਬਾਤ ਹੋਈ ਆ ਉਹਦੇ ਵਿੱਚ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਔਰ ਜੇ ਵਰਕਰ ਇੱਦੀ ਕਿਸ ਤਰ੍ਹਾਂ ਸਾਡੀ ਜਾਨ ਇੱਦਾਂ ਗਈ ਆ ਤੇ ਬੜੀ ਮੰਦਭਾਗੀ ਗੱਲ ਆ। ਤੇ ਨਾਲ ਉਹਨਾਂ ਨੇ ਇੱਕ ਇਹ ਵੀ ਪਤਾ ਲੱਗਾ ਕਿ ਪੁਲਿਸ ਨੇ ਕੁਝ ਬੰਦੇ ਅਰੈਸਟ ਵੀ ਕੀਤੇ ਆ, ਪਰ ਹਜੇ ਕੋਈ ਉਹਨਾਂ ਦੇ ਨਾਂ ਜਿਹੜੇ ਆ ਪੁਲਿਸ ਨੇ ਰਿਕਾਰਡ ਵਿੱਚ ਨਹੀਂ ਦਿੱਤੇ। ਤੇ ਇਸ ਕਰਕੇ ਜਿਹੜੀ ਕੱਲ ਦੀ ਉਹ ਦਾਖਾ ਹਲਕੇ ਦੀ ਫੇਰੀ ਸੀ, ਇਹ ਨਵਜੋਤ ਸਿੰਘ ਸਿੱਧੂ ਦੀ ਇੱਕ ਵਰਕਰ ਦੇ ਘਰ ਜਾ ਕੇ ਇਸ ਤਰ੍ਹਾਂ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣਾ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਆ। ਔਰ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ ਜਿਹੜਾ ਵੀਡੀਓ ਵਾਇਰਲ ਹੋਇਆ ਸੀਗਾ, ਇਸੇ ਕਰਕੇ ਫਿਰ ਨਵਜੋਤ ਸਿੰਘ ਸਿੱਧੂ ਉਸ ਘਟਨਾ ਦੇ ਨਾਲ ਆਪਣਾ ਨਾਂ ਜੁੜਿਆ ਦੇਖ ਕੇ ਤੇ ਫਿਰ ਉਹਨਾਂ ਦੇ ਘਰ ਪਹੁੰਚੇ ਸੀ। ਜੀ ਸ਼ਰਮਾ ਜੀ, ਜੇ ਗੱਲ ਕਰੀਏ ਬਿਜਲੀ ਸਮਝੌਤਿਆਂ ਦੀ ਤੇ ਹਾਕਮ ਧਿਰ ਜਿਹੜੀ ਉਹ ਬਾਦਲ ਕਿਆਂ ਵੱਲ ਬਾਲ ਸੁੱਟ ਦਿੰਦੀ ਹੈ ਤੇ ਬਾਦਲ ਕੇ ਇਹਨਾਂ ਵੱਲ ਸੁੱਟ ਦਿੰਦੇ ਨੇ, ਹੁਣ ਕੀ ਅਪਡੇਟ ਆ, ਕੀ ਰੌਲਾ ਰੱਪਾ ਪੈ ਰਿਹਾ ਇਸ ਵੇਲੇ? ਬਿਲਕੁਲ ਉਹੀ ਰੌਲਾ ਰੱਪਾ ਪੈ ਰਿਹਾ ਜਿਹਦੀ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ ਦੋਨੋਂ ਧਿਰਾਂ, ਇੱਥੇ ਮੈਂ ਹਾਕਮ ਧਿਰ ਤੇ ਵਿਰੋਧੀ ਧਿਰ ਦੀ ਗੱਲ ਨਹੀਂ ਕਰਦਾ, ਸਿੱਧੂ ਵਾਲੀ ਧਿਰ ਤੇ ਕੈਪਟਨ ਵਾਲੀ ਧਿਰ ਦੀ ਗੱਲ ਕਰਦਾ। ਜਦੋਂ ਤੋਂ ਦੋਨੋਂ ਹੀ ਸੈਂਟਰ ਦੇ ਵਿੱਚ ਆਪਣੀ ਪਾਰਟੀ ਨੂੰ ਮਿਲ ਕੇ ਆਏ ਆ, ਕੇਂਦਰੀ ਹਾਈ ਕਮਾਂਡ ਨੂੰ, ਉਦੋਂ ਤੋਂ ਜਿਹੜੇ 18 ਨਿਕਾਤੀ ਜਾਂ 21 ਨਿਕਾਤੀ ਜੋ ਵੀ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਲਿਸਟ ਆ ਉਹਦੇ ਤੇ ਗੱਲਬਾਤ ਜਿਹੜੀ ਆ ਉਹ ਦੋਨੋਂ ਹੀ ਧਿਰਾਂ ਕਰ ਰਹੀਆਂ। ਸਿੱਧੂ ਸਾਹਿਬ ਜਿੱਥੇ ਵੀ ਜਾਂਦੇ ਆ ਉੱਥੇ ਹੀ ਇਹ ਗੱਲ ਕਰਦੇ ਆ ਕਿ ਜਿਹੜਾ ਨਸ਼ੇ ਦਾ ਕਾਰੋਬਾਰ ਆ ਉਹਦੇ ਬੰਦੇ ਵੀ ਫੜੇ ਜਾਣਗੇ, ਬੇਅਦਬੀ ਜਿਹੜਾ ਵਾਲਾ ਕਾਂਡ ਆ ਤੇ ਗੋਲੀ ਕਾਂਡ ਜਿਹੜਾ ਆ ਉਹਦਾ ਇਨਸਾਫ ਵੀ ਮਿਲੇਗਾ, ਜਿਹੜੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਭਟਕ ਰਹੀਆਂ ਉਹਨਾਂ ਦੀਆਂ ਮੰਗਾਂ ਵੀ ਸੁਣੀਆਂ ਜਾਣਗੀਆਂ। ਤੇ ਉਹਦੇ ਨਾਲ ਨਾਲ ਇੱਕ ਚਰਚਿਤ ਵਿਸ਼ਾ ਇਹ ਵੀ ਰਹਿੰਦਾ ਆ ਕਿ ਜਿਹੜੇ ਬਿਜਲੀ ਦੇ ਸਮਝੌਤੇ ਪਿਛਲੀ ਸਰਕਾਰ ਨੇ ਕੀਤੇ ਹੋਏ ਆ ਉਹ ਵੀ ਰੱਦ ਹੋਣਗੇ। ਜਦ ਕਿ ਦੇਖਿਆ ਜਾਵੇ ਤਾਂ ਉਹਨਾਂ ਬਿਜਲੀ ਸਮਝੌਤਿਆਂ ਨੂੰ ਕਰਨ ਦੇ ਵਿੱਚ ਜਾਂ ਕਰਾਉਣ ਦੇ ਵਿੱਚ ਸੈਂਟਰ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਦਾ ਵੀ ਹੱਥ ਸੀ। ਪੰਜਾਬ ਦੇ ਵਿੱਚ ਜਿਹੜੇ ਉਹ ਥਰਮਲ ਪਾਵਰ ਪਲਾਂਟ ਲੱਗੇ ਹੋਏ ਨੇ ਪ੍ਰਾਈਵੇਟ ਕੰਪਨੀਆਂ ਵੱਲੋਂ, ਉਹਨਾਂ ਨੂੰ ਜਦੋਂ ਉਹਨਾਂ ਦਾ ਮੁਤਾਲਿਆ ਕੀਤਾ ਜਾਂਦਾ, ਜਦੋਂ ਉਹਨਾਂ ਨੂੰ ਪੜ੍ਹਦੇ ਆ, ਜਦੋਂ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਆ ਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਊਣਤਾਈਆਂ ਇਸ ਸੰਬੰਧ ਦੀਆਂ ਨੇ ਕਿ ਉਹ ਇਦਾਂ ਲੱਗਦਾ ਕਿ ਉਹ ਜਿਹੜੇ ਸਮਝੌਤੇ ਨੇ, ਉਹ ਜਿਹੜੇ ਸਹੀ ਬੰਦ ਹੋਏ ਨੇ ਫੈਸਲੇ, ਉਹ ਜਿਹੜੀਆਂ ਪ੍ਰਾਈਵੇਟ ਧਿਰਾਂ ਨੇ, ਜਿਹੜੀਆਂ ਕਾਰਪੋਰੇਟ ਅਦਾਰੇ ਨੇ, ਉਹਨਾਂ ਦਾ ਜਿਹੜਾ ਧਿਆਨ ਰੱਖ ਕੇ ਬਣਾਏ ਗਏ ਨੇ। ਤੇ ਹੁਣ ਜਦੋਂ ਰੌਲਾ ਪਿਆ ਇਸ ਵਾਰ ਬਿਜਲੀ ਦਾ ਸੰਕਟ ਆਇਆ, ਬਿਜਲੀ ਦਾ ਸੰਕਟ ਜਿਹੜਾ ਹੈ ਉਹ ਹਰ ਸਾਲ ਜੂਨ ਦੇ ਵਿੱਚ ਜਦੋਂ ਤੱਕ ਭਰਵੀਂ ਬਰਸਾਤ ਨਹੀਂ ਹੁੰਦੀ ਤੇ ਸਾਰੇ ਪੰਜਾਬ ਦੇ ਵਿੱਚ ਝੋਨਾ ਜਿਹੜਾ ਲੱਗਾ ਹੁੰਦਾ ਤੇ ਉਦੋਂ ਇੱਕ ਵਾਰ ਸੰਕਟ ਜਿਹੜਾ ਆਉਂਦਾ ਹੀ ਆ। ਬਿਜਲੀ ਦੀ ਜਿਹੜੀ ਡਿਮਾਂਡ ਆ ਉਹ ਪੀਕ ਤੇ ਜਾਂਦੀ ਆ, ਬਾਰਿਸ਼ ਨਹੀਂ ਹੋਈ ਹੁੰਦੀ ਤੇ ਸਾਰਿਆਂ ਨੂੰ ਹੁੰਦਾ ਆ ਕਿ ਪਾਣੀ ਜਿਹੜਾ ਆ ਫਸਲ ਨੂੰ ਲਾਉਣਾ ਆ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਬਿਜਲੀ ਸਮਝੌਤੇ ਸੀ ਬਹੁਤ ਚਰਚਾ 'ਚ ਰਹੇ, ਹਾਲਾਂਕਿ ਚਰਚਾ 'ਚ ਪਹਿਲੇ ਦਿਨ ਤੋਂ ਹੀ ਆ ਕਿ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਨੇ ਜਿੱਥੇ ਪਲਾਂਟ ਲਾਏ ਹੋਏ ਨੇ ਉੱਥੇ ਜਿਹੜਾ ਉਹਨਾਂ ਤੋਂ ਜਿਹੜੀ ਬਿਜਲੀ ਆ ਉਹ ਸਰਕਾਰ ਮਹਿੰਗੀ ਲੈ ਰਹੀ ਆ। ਤੇ ਉਹਨਾਂ ਦੇ ਨਾਲ ਇਹ ਵੀ ਆ ਕਿ ਜਦੋਂ ਉਹਨਾਂ ਦੇ ਜਿਹੜੇ ਉਹ ਥਰਮਲ ਪਲਾਂਟ ਨੇ ਨਹੀਂ ਚੱਲਦੇ ਤਦ ਵੀ ਸਰਕਾਰ ਉਹਨਾਂ ਨੂੰ ਕੁਝ ਪੈਸੇ ਦਿੰਦੀ ਆ, ਤੇ ਜੇ ਕੱਲ ਉਹ ਬਿਲਕੁਲ ਹੀ ਨਹੀਂ ਪ੍ਰੋਡਕਸ਼ਨ ਉਹਨਾਂ ਦੀ ਲੋੜ ਪੈਂਦੀ ਤਦ ਵੀ ਜਿਹੜੀ ਬਿਜਲੀ ਆ ਸਰਕਾਰ ਨੂੰ ਉਹਨਾਂ ਤੋਂ ਲੈਣੀ ਪੈਣੀ ਆ, ਜਾਂ ਜੇ ਨਹੀਂ ਵੀ ਲੈਣੀ ਤਾਂ ਉਹਨਾਂ ਨੂੰ ਪੇਮੈਂਟ ਜਿਹੜੀ ਆ ਕਰਨੀ ਪੈਣੀ ਆ ਅਕੋਰਡਿੰਗ ਟੂ ਦਾ ਜਿਹੜੇ ਉਹ ਐਗਰੀਮੈਂਟਸ ਨੇ। ਹੁਣ ਬਹੁਤ ਦਿਨਾਂ ਤੋਂ ਰੌਲਾ ਪੈ ਰਿਹਾ ਸੀਗਾ ਕਿ ਉਹ ਸਮਝੌਤੇ ਜਿਹੜੇ ਰੱਦ ਕਰਨੇ ਚਾਹੀਦੇ। ਤੇ ਜਿਹੜੀ ਧਿਰ ਦੀ ਤੁਸੀਂ ਗੱਲ ਕੀਤੀ ਆ ਬਾਦਲ ਕਿਆਂ ਦੀ, ਉਹ ਹੁਣ ਸੱਤਾ 'ਚ ਨਹੀਂ ਹੈਗੇ। ਜਦੋਂ ਤਾਂ ਉਹ ਸੱਤਾ 'ਚ ਹੁੰਦੇ ਨੇ ਫਿਰ ਤਾਂ ਉਹ ਹੋਰ ਤਰੀਕੇ ਨਾਲ ਗੱਲ ਕਰਦੇ ਨੇ, ਫਿਰ ਤਾਂ ਉਹ ਤਾਂ ਕਹਿੰਦੇ ਸੀ। ਸੁਖਬੀਰ ਸਿੰਘ ਬਾਦਲ ਦਾ ਪਿਛਲੀ ਸਰਕਾਰ ਦੇ ਵੇਲੇ ਵੱਡਾ ਰੌਲਾ ਸੀ ਅਸੀਂ ਪੰਜਾਬ ਨੂੰ ਸਰਪਲਸ ਸਟੇਟ ਬਣਾਤਾ, ਪਰ ਉਹ ਸਰਪਲਸ ਸਟੇਟ ਕਿਸ ਕੀਮਤ ਤੇ ਬਣਾਇਆ ਉਹਦੀ ਗੱਲ ਨਹੀਂ ਸੀ ਕਰਦੇ। ਇਦਾਂ ਹੀ ਮੋਦੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੀ MSP ਆ ਉਹ ਕਾਨੂੰਨ ਬਣਨੀ ਚਾਹੀਦੀ ਹੈ। ਜਦੋਂ ਪ੍ਰਧਾਨ ਮੰਤਰੀ ਬਣ ਗਿਆ ਉਹ ਕਹਿੰਦੇ ਨਹੀਂ ਜੀ ਇਹਦਾ ਤਾਂ 3 ਲੱਖ ਕਰੋੜ ਦਾ ਸਰਕਾਰ ਤੇ ਬੋਝ ਪੈ ਜੂ। ਸੋ ਉਹ ਹੁਣ ਜਦੋਂ ਕੈਪਟਨ ਸਾਹਿਬ ਨੇ ਦੇਖਿਆ ਕਿ ਮੁੱਦੇ ਜਿਹੜੇ ਨੇ ਬਹੁਤ ਚੱਕੇ ਜਾ ਰਹੇ ਨੇ ਤੇ ਉਹਨਾਂ ਨੇ ਵੀ ਇੱਕ ਦਿਨ ਬਿਆਨ ਦਾਗ ਦਿੱਤਾ ਕਿ ਅਸੀਂ ਇਹ ਜਿਹੜੇ ਸਮਝੌਤੇ ਆ ਉਹ
ਰੱਦ ਕਰਾਂਗੇ। ਤੇ ਜਦੋਂ ਕੋਈ ਐਡੀ ਵੱਡੇ ਅਹੁਦੇ ਤੇ ਬੈਠਾ ਬੰਦਾ ਬਿਆਨ ਦਿੰਦਾ ਤੇ ਉਹਦੀ ਚਰਚਾ ਜਿਹੜੀ ਆ ਜ਼ਰੂਰ ਛਿੜਦੀ ਆ। ਫਿਰ ਤੁਹਾਡੇ ਵਰਗੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦਾ ਮੁਤਾਲਿਆ ਕਰਦੇ ਨੇ ਤੇ ਉਹ ਦੇਖਦੇ ਨੇ ਕਿ ਯਾਰ ਤੁਸੀਂ ਕਹਿ ਤਾਂ ਦਿੱਤਾ ਪਰ ਰੱਦ ਕਰੋਗੇ ਕਿਵੇਂ। ਇਹਨਾਂ ਨੂੰ ਰੱਦ ਕਰਨਾ ਔਖਾ ਹੋ ਜੂ ਜਦੋਂ ਤੁਸੀਂ ਸਹੀ ਤਰੀਕੇ ਨਾਲ ਦੇਖਦੇ ਹੋ ਉਹਨਾਂ ਨੂੰ, ਜਿਵੇਂ ਉਹ ਸਹੀ ਬੰਦ ਹੋਏ ਨੇ। ਪਰ ਫਿਰ ਜਦੋਂ ਜਿਹੜੇ ਉਹਦੇ ਮਾਹਰ ਆ ਉਹਨਾਂ ਨਾਲ ਗੱਲ ਹੁੰਦੀ, ਉਹ ਕਹਿੰਦੇ ਰੱਦ ਤੇ ਹੋ ਸਕਦੇ ਨੇ ਜੇਕਰ ਜਿਹੜੀ ਉਹ ਕੰਪਨੀ ਆ ਉਹ ਸਹੀ ਤਰੀਕੇ ਨਾਲ ਸਪਲਾਈ ਨਾ ਕਰਦੀ ਹੋਵੇ ਜਾਂ ਉਹ ਜਿਹੜੇ ਆਪਣੇ ਉਹਨਾਂ ਨੂੰ ਐਗਰੀਮੈਂਟਸ ਨੂੰ ਨਾ ਨਿਭਾਉਂਦੀ ਹੋਵੇ, ਜਿਹੜੀਆਂ ਨਿਯਮ ਲਿਖੇ ਹੋਏ ਨੇ, ਫਿਰ ਉਹ ਰੱਦ ਵੀ ਕੀਤੇ ਜਾ ਸਕਦੇ ਨੇ। ਪਰ ਚਾਹੇ ਉਹ ਰੱਦ, ਜੇ ਸਰਕਾਰ ਉਹਨਾਂ ਸਮਝੌਤਿਆਂ ਨਾਲ ਛੇੜਖਾਨੀ ਕਰਦੀ ਆ, ਰੱਦ ਕਰਦੀ ਆ, ਤਾਂ ਇੱਕ ਗੱਲ ਸਵਲੀਨ ਜੀ ਪੱਕੀ ਆ ਕਿ ਉਹ ਜਿਹੜੀਆਂ ਪਾਰਟੀਆਂ ਨੇ, ਉਹ ਜਿਹੜੀ ਧਿਰ ਨੇ ਜਿਹਨੇ 20-22 ਹਜ਼ਾਰ ਕਰੋੜ ਰੁਪਈਆ ਇਨਵੈਸਟ ਕਰਕੇ ਇੱਥੋਂ ਭਾਵੇਂ ਬਹੁਤੇ ਪੈਸੇ ਕਮਾ ਵੀ ਲਏ ਹੋਣਗੇ, ਪਰ ਫਿਰ ਵੀ ਉਹਨਾਂ ਨੇ ਅਦਾਲਤ ਦੇ ਵਿੱਚ ਜ਼ਰੂਰ ਜਾਣਾ। ਤੇ ਜਦੋਂ ਅਦਾਲਤ ਦੇ ਵਿੱਚ ਇਹ ਕੇਸ ਜਾਣਾ, ਉੱਥੇ ਜਦੋਂ ਦਾ ਅਸੀਂ ਪੰਜਾਬ ਸਰਕਾਰ ਦਾ ਟਰੈਕ ਰਿਕਾਰਡ ਦੇਖਦੇ ਤੇ ਇਹਨਾਂ ਨੇ ਇੱਕ ਇਹੋ ਜਿਹੀ ਵਕੀਲਾਂ ਦੀ ਫੌਜ ਰੱਖੀ ਹੋਈ ਆ ਜਿਹਨੇ ਹੁਣ ਤੱਕ ਸਰਕਾਰੀ ਹਿੱਤ 'ਚ ਕੋਈ ਵੀ ਕੇਸ ਨਹੀਂ ਜਿੱਤਿਆ। ਬਿਲਕੁਲ ਉਹਨਾਂ ਨੇ ਕੇਸ ਹਾਰਨੇ ਨੇ। ਹਾਰਨੇ ਨਹੀਂ, ਮੈਂ ਭਵਿੱਖਬਾਣੀ ਨਹੀਂ ਕਰਦਾ ਕਿ ਹਾਰਨੇ ਆ, ਪਰ ਉਹ ਜਦੋਂ ਕਿਉਂਕਿ ਸਮਝੌਤੇ ਜਿਹੜੇ ਆ ਉਹਨਾਂ ਪਾਰਟੀਆਂ ਦੇ ਹਿੱਤ 'ਚ ਲਿਖੇ ਗਏ ਨੇ ਤੇ ਫਿਰ ਉਹਨਾਂ ਪਾਰਟੀਆਂ ਨੇ ਸਰਕਾਰ ਨੂੰ ਫਿਰ ਵਰਗਲਾ ਲੈਣਾ ਤੇ ਅਦਾਲਤੀ ਪ੍ਰਕਿਰਿਆ ਜਿਹੜੀ ਉਹ ਹਿੰਦੁਸਤਾਨ ਦੇ ਵਿੱਚ ਆਮ ਤੌਰ ਤੇ ਜਿਹੜੀ ਆ ਲੰਬੀ ਤੋਂ ਲੰਮੇਰੀ ਹੁੰਦੀ ਜਾਂਦੀ ਹੈ। ਤੇ ਇਸ ਗੱਲ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਜਿਹੜੇ ਸਮਝੌਤਿਆਂ ਨੂੰ ਰੱਦ ਕਰਨ ਦਾ ਰੌਲਾ ਪੈ ਰਿਹਾ, ਇਹ ਸਿਰਫ ਔਰ ਸਿਰਫ ਵੋਟਾਂ ਦੀ ਰਾਜਨੀਤੀ ਆ। ਵੋਟਾਂ ਤੱਕ ਹੀ ਇਹਦਾ ਰੌਲਾ ਰਹਿਣਾ ਆ। ਬਾਅਦ ਵਿੱਚ ਬਿਜਲੀ ਕਿਹਨੂੰ ਸਸਤੀ ਮਿਲਦੀ ਆ, ਕਿਹਨੂੰ ਮਹਿੰਗੀ ਮਿਲਦੀ ਆ, ਇਹ ਆਉਣ ਵਾਲੇ ਦਿਨ ਦੇ ਵਿੱਚ ਪਤਾ ਲੱਗੂਗਾ। ਦੂਸਰੀ ਗੱਲ, ਇਹਨਾਂ ਸਮਝੌਤਿਆਂ ਲਈ ਰੌਲਾ ਇਸ ਕਰਕੇ ਵੀ ਪੈ ਰਿਹਾ ਕਿਉਂਕਿ ਕੇਜਰੀਵਾਲ ਸਾਹਿਬ ਨੇ ਆ ਕੇ ਕਿਹਾ ਸੀ ਕਿ 300 ਯੂਨਿਟ ਜਿਹੜੀ ਆ ਬਿਜਲੀ ਫ੍ਰੀ ਦਿੱਤੀ ਜਾਊਗੀ। ਜਦ ਕਿ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੇ ਸੋਲਰ ਪਲਾਂਟ ਲਾਏ ਨੇ, ਕੁਝ ਇੰਡਸਟਰੀਅਲ ਲੋਕਾਂ ਨੇ ਵੀ ਲਾਏ ਨੇ, ਕੁਝ ਕਮਰਸ਼ੀਅਲ ਵੀ ਲਾਏ ਨੇ ਤੇ ਕੁਝ ਘਰ ਯੂਜ਼ ਵਾਲਿਆਂ ਨੇ ਵੀ ਲਾਏ ਨੇ। ਉਹਦੇ ਤੋਂ ਜਿਹੜੀ ਬਿਜਲੀ ਮਿਲਦੀ ਆ ਉਹ ਹਾਲਾਂਕਿ ਸਸਤੀ ਆ ਤੇ ਪੰਜਾਬ ਸਰਕਾਰ ਉਸ ਬਿਜਲੀ ਦਾ ਲੈਣ ਦੇਣ ਵੀ ਕਰਦੀ ਸੀ। ਇਨਪੁੱਟ ਤੇ ਆਊਟਪੁੱਟ ਦੋਨੋਂ ਤਰੀਕੇ ਦਾ ਕੰਮ ਉਸ ਪਲਾਂਟ ਤੋਂ ਹੁੰਦਾ ਸੀ। ਜਿਹਦੇ ਘਰ ਸੋਲਰ ਪਲਾਂਟ ਲੱਗਾ ਹੋਇਆ, ਜਦੋਂ ਉਹਦੀ ਐਕਸੈਸ 'ਚ ਹੁੰਦੀ ਸੀ ਤੇ ਉਦੋਂ ਉਹ ਬਿਜਲੀ ਬੋਰਡ ਨੂੰ ਜਾਂਦੀ ਹੈ, ਜਦੋਂ ਉਹ ਵਰਤਦਾ ਤੇ ਉਹ ਘਰ ਨੂੰ ਆਉਂਦੀ ਹੈ। ਬਾਅਦ ਵਿੱਚ ਉਹਦਾ ਜਿਹੜਾ ਹਿਸਾਬ ਕਿਤਾਬ ਕੀਤਾ ਜਾਂਦਾ ਸੀ, ਉਹਦੇ ਵਿੱਚ ਪਹਿਲਾਂ ਕੁਝ ਉਹਦੇ ਜਿਹੜੀਆਂ ਮਦਾਂ ਹੋਰ ਸੀ, ਹੁਣ ਉਹ 'ਚ ਚੇਂਜ ਕਰ ਦਿੱਤੀਆਂ ਗਈਆਂ। ਤੇ ਜੋ ਰਹੀ ਗੱਲ ਸਮਝੌਤਿਆਂ ਨੂੰ ਰੱਦ ਕਰਨ ਦੀ, ਜੇਕਰ ਸਰਕਾਰ ਦੀ ਨੀਤ ਸਾਫ਼ ਹੋਵੇ, ਮੈਂ ਫਿਰ ਇੱਥੇ ਜ਼ੋਰ ਦੇ ਕੇ ਗੱਲ ਦੱਸਣਾ ਚਾਹੁੰਦਾ, ਸਰਕਾਰਾਂ ਕੁਝ ਵੀ ਕਰ ਸਕਦੀਆਂ। ਅਸੀਂ ਜਦੋਂ ਤੋਂ ਸੰਵਿਧਾਨ ਪੜ੍ਹਦੇ ਹਾਂ, ਜਦੋਂ ਤੋਂ ਰਾਜਨੀਤੀ ਸ਼ਾਸਤਰ ਨੂੰ ਥੋੜ੍ਹਾ ਬਹੁਤਾ ਵਾਚਦੇ ਹਾਂ, ਤੇ ਅਸੀਂ ਇਹੀ ਗੱਲ ਸਮਝਦੇ ਸੀ ਕਿ ਜਿਹੜੀ ਧਾਰਾ 370 ਹੈ ਉਹ ਰੱਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸੰਵਿਧਾਨ 'ਚ ਲਿਖਿਆ ਗਿਆ ਸੀ ਕਿ 370 ਰੱਦ ਕਰਨੀਆਂ ਤੇ ਲੋਕ ਸਭਾ ਦੇ ਵਿੱਚ 3/4 ਬਹੁਮਤ ਹੋਣਾ ਚਾਹੀਦਾ। ਤੇ ਨਾਲ ਦੀ ਨਾਲ ਜਿਹੜੀ ਸਟੇਟ ਸਰਕਾਰ ਆ ਉਹ ਵੀ ਇਸ ਗੱਲ ਦੀ ਸ਼ਾਦੀ ਭਰਦੀ ਹੋਵੇ, ਉਹ ਵੀ ਬਿੱਲ ਪਾਸ ਕਰਦੀ ਹੋਵੇ ਕਿ ਹਾਂ 370 ਨੂੰ ਤੋੜ ਦਿਓ। ਤੇ ਇਦਾਂ ਤੇ ਕਦੇ ਵੀ ਸੰਭਵ ਨਹੀਂ ਸੀ ਜਿੰਨੀ ਦੇਰ ਵੀ ਅਸੀਂ ਪੜ੍ਹਿਆ ਸੀ। ਪਰ ਕਾਨੂੰਨੀ ਸਲਾਹਕਾਰ ਤੇ ਕੁੰਡੀ ਫੜਨ ਵਾਲੇ ਲੋਕ ਤੇ ਲੂਪ ਹੋਲ ਲੱਭਣ ਵਾਲੇ ਜਿਹੜੇ ਵਕੀਲ ਨੇ, ਉਹ ਕਹਾਣੀ ਬਣਾ ਲੈਂਦੇ ਨੇ। ਤੇ ਤੁਸੀਂ ਦੇਖਿਆ ਕਿ 19 ਅਗਸਤ ਦੇ ਵਿੱਚ ਮੋਦੀ ਸਰਕਾਰ ਨੇ 370 ਤੋੜ ਦਿੱਤੀ, ਪਰ ਅਸਲ ਦੇ ਵਿੱਚ ਉਹਨਾਂ ਨੇ 370 ਨਹੀਂ ਤੋੜੀ, ਉਹਨਾਂ ਨੇ ਜੰਮੂ ਕਸ਼ਮੀਰ ਸਟੇਟ ਹੀ ਤੋੜਤੀ। ਸੰਵਿਧਾਨ ਤਾਂ ਇਹ ਕਹਿੰਦਾ ਸੀ ਨਾ ਕਿ ਜੰਮੂ ਕਸ਼ਮੀਰ ਦੇ ਵਿੱਚ 370 ਨਹੀਂ ਤੋੜੀ ਜਾ ਸਕਦੀ, ਪਰ ਜੇ ਜੰਮੂ ਕਸ਼ਮੀਰ ਹੀ ਨਹੀਂ ਰਿਹਾ ਤਾਂ 370 ਆਪਣੇ ਆਪ ਖਤਮ ਹੋ ਗਈ, ਉਹਨਾਂ ਨੂੰ 3 ਹਿੱਸਿਆਂ 'ਚ ਵੰਡਤਾ। ਸੋ ਜੂਆਂ ਨਹੀਂ ਮਾਰੀਆਂ, ਮਾਝੀ ਮਾਰ ਦਿੱਤੀ। ਸੋ ਜਿਹੜੇ ਸਮਝੌਤੇ ਲੋਕ ਪੱਖੀ ਨਹੀਂ ਹੈਗੇ ਉਹ ਰੱਦ ਤਾਂ ਕੀਤੇ ਜਾ ਸਕਦੇ ਨੇ, ਪਰ ਫਿਰ ਗੱਲ ਉੱਥੇ ਦੁਬਾਰਾ ਜਾਂ ਤੀਜੀ ਵਾਰ ਬੋਲਣ ਵਾਲੀ ਆ ਵੀ ਰੱਦ ਕਿੱਦਾਂ ਕੀਤੇ ਜਾ ਸਕਦੇ ਨੇ ਜੇ ਤੁਹਾਡੀ ਨੀਤ ਸਾਫ਼ ਹੋਵੇ। ਪਰ ਜੇਕਰ ਤੁਹਾਡੀ ਨੀਤ ਸਿਰਫ ਰੌਲਾ ਰੱਪਾ ਪਾ ਕੇ ਵਕਤ ਟਪਾਉਣ ਵਾਲੀ ਆ, ਜੁਗਾੜ ਲਾ ਕੇ ਅਗਲੀ ਵਾਰ ਦੀ ਸਰਕਾਰ ਬਣਾਉਣ ਵਾਲੀ ਆ, ਫਿਰ ਲੋਕਾਂ ਨੂੰ ਬਿਜਲੀ ਦਾ ਜਿਹੜਾ ਮਸਲਾ ਹੈ ਉਹ ਹੱਲ ਹੁੰਦਾ ਨਜ਼ਰ ਨਹੀਂ ਆਉਣਾ। ਜੇ ਸਰਕਾਰ ਚਾਹਵੇ ਤੇ 370 ਟੁੱਟ ਸਕਦੀ ਹੈ ਤੇ ਬਿਜਲੀ ਸਮਝੌਤੇ ਤੇ ਬਹੁਤ ਛੋਟੀ ਜੀ ਗੱਲ ਹੈ। ਜੀ, ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰਦੇ ਹਾਂ। ਚਰਚਾਵਾਂ ਛਿੜੀਆਂ ਨੇ ਵੀ ਕਾਂਗਰਸ 'ਚ ਆ ਰਹੇ ਨੇ। ਪ੍ਰਸ਼ਾਂਤ ਕਿਸ਼ੋਰ 2014 ਤੋਂ ਵੀ ਪਹਿਲਾਂ ਰਾਜਨੀਤੀ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਭੂਮਿਕਾ ਲੈ ਕੇ ਹਾਜ਼ਰ ਹੋਏ। ਉਸ ਤੋਂ ਪਹਿਲਾਂ UNO 'ਚ ਕੰਮ ਕਰਦੇ ਸੀ। ਇੱਕ ਰਿਪੋਰਟ ਬਣਾਈ ਸੀ ਉਹਨਾਂ ਨੇ ਗੁਜਰਾਤ ਦੇ ਵਿੱਚ ਕੁਪੋਸ਼ਣ ਨੂੰ ਲੈ ਕੇ, ਕਿਉਂਕਿ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਨੇ, ਉਦੋਂ ਮੁੱਖ ਮੰਤਰੀ ਸੀ ਤੇ ਉਹ ਤੀਜੀ ਟਰਮ ਦੇ ਵਿੱਚ ਮੁੱਖ ਮੰਤਰੀ ਸੀ। ਤੇ ਉਹਨਾਂ ਨੇ ਰੌਲਾ ਬਹੁਤ ਪਾਇਆ ਸੀ ਵਾਈਬ੍ਰੈਂਟ ਗੁਜਰਾਤ ਦਾ, ਗੁਜਰਾਤ ਮਾਡਲ ਦਾ। ਇਦਾਂ ਲੱਗਦਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ 26, 27, 28 ਸਟੇਟਾਂ ਨਹੀਂ, ਗੁਜਰਾਤ ਹੀ ਇੱਕ ਸਟੇਟ ਆ। ਤਰੱਕੀ ਉਹਨੇ ਕਰ ਹੀ ਬਹੁਤ ਲਈ। ਅਹਿਮਦਾਬਾਦ ਬਣ ਗਿਆ ਜੀ, ਫਲਾਨਾ ਸ਼ਹਿਰ ਹੋ ਗਿਆ ਜੀ, ਸੜਕਾਂ ਵਧੀਆ ਹੋ ਗਈਆਂ। ਪਰ ਜਿਹੜੀ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ
ਗੁਜਰਾਤ ਦੇ ਵਿੱਚ ਕੁਪੋਸ਼ਣ ਨੂੰ ਲੈ ਕੇ, ਜਾਂ ਸ਼ਾਇਦ ਹਿੰਦੁਸਤਾਨ ਦੇ ਵਿੱਚ ਕੁਪੋਸ਼ਣ ਦੀ ਸੀਗੀ ਰਿਪੋਰਟ, ਤੇ ਗੁਜਰਾਤ ਦਾ ਉਹਦੇ 'ਚ ਜ਼ਿਕਰ ਸੀ। ਪ੍ਰਧਾਨ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਹੋਈ, ਉਹਨਾਂ ਨੇ ਬੜੇ ਤਰੀਕੇ ਨਾਲ ਆਪਣੇ ਤੱਥ ਸਾਹਮਣੇ ਰੱਖੇ, ਤੇ ਮੁੱਖ ਮੰਤਰੀ ਉਦੋਂ ਦੇ ਤੇ ਹੁਣ ਦੇ ਪ੍ਰਧਾਨ ਮੰਤਰੀ ਪ੍ਰਸ਼ਾਂਤ ਕਿਸ਼ੋਰ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਉਹਨਾਂ ਨੂੰ ਆਪਣਾ ਸਲਾਹਕਾਰ ਲਾ ਲਿਆ, ਤੇ ਪ੍ਰਸ਼ਾਂਤ ਕਿਸ਼ੋਰ ਦੱਸਦੇ ਨੇ ਕਿ ਉਹਨਾਂ ਦੀ ਫੈਮਿਲੀ ਇਸ ਗੱਲ ਦੇ ਵਿੱਚ ਰਾਜੀ ਨਹੀਂ ਸੀ ਕਿ ਤੂੰ ਇੱਕ ਚੰਗਾ ਪੜ੍ਹਿਆ ਲਿਖਿਆ, ਬਹੁਤ ਮੁੱਦਿਆਂ ਦੀ ਸਮਝ ਰੱਖਣ ਵਾਲਾ ਤੇ UNO 'ਚ ਜੌਬ ਕਰਨ ਵਾਲਾ ਬੰਦਾ ਹੈ, ਤੂੰ ਇਹਨਾਂ ਰਾਜਨੀਤੀ ਵਾਲੇ ਬੰਦਿਆਂ ਦੇ ਵਿੱਚ ਨਾ ਟੱਕਰ। ਪਰ ਉਹਨਾਂ ਦੀ ਜਿਹੜੀ ਸੋਚ ਆ ਤੇ ਉਹਨਾਂ ਦੀ ਜਿਹੜੀ ਦੌੜ ਆ ਨਾ ਸਵਲੀਨ ਜੀ, ਉਹ ਬਹੁਤ ਵਾਰ ਸਾਹਮਣੇ ਆਈ ਆ ਗੱਲ ਕਿ ਉਹ ਬਹੁਤ ਅੱਗੇ ਜਾਣਾ ਚਾਹੁੰਦੇ ਨੇ। ਕਿੱਥੇ ਤੱਕ ਜਾਂਦੇ ਨੇ, ਕਿੱਦਾਂ ਜਾਂਦੇ ਨੇ, ਇਹਦੇ ਲਈ ਉਹਨਾਂ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਉਹਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹ ਸਾਹਮਣੇ ਆਉਂਦੀ ਹੈ ਗੱਲ ਕਿ ਉਹ ਬਿਲਕੁਲ ਬਹੁਤ ਮਹੱਤਵਕਾਂਖੀ ਨੇ, ਬਹੁਤ ਦੂਰ ਦੀ ਜਿਹੜੀ ਆ ਕੌਡੀ ਰੱਖਦੇ ਨੇ। ਸਿੱਧੂ ਸਾਹਿਬ ਤੇ ਮੁੱਖ ਮੰਤਰੀ ਤੱਕ ਰੁਕ ਜਾਣਗੇ, ਪ੍ਰਸ਼ਾਂਤ ਕਿਸ਼ੋਰ ਤਾਂ ਘੱਟ ਤੋਂ ਘੱਟ ਭਾਰਤ ਦੇ ਗ੍ਰਹਿ ਮੰਤਰੀ ਬਣਨਾ ਸੋਚਦੇ ਨੇ, ਜਿੱਦਾਂ ਦੀਆਂ ਹੁਣ ਤੱਕ ਦੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਨੇ। ਮੋਦੀ ਨੂੰ ਉਹਨਾਂ ਨੇ ਮੁੱਖ ਮੰਤਰੀ ਬਣਾਤਾ, ਫਿਰ ਪ੍ਰਧਾਨ ਮੰਤਰੀ ਬਣਾਤਾ, ਤੇ ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਮੋਦੀ ਨਾਲ ਉਹਨਾਂ ਦੀ ਜਿਹੜੀ ਗੰਢ ਧੁੱਪ ਸੀ ਉਹ ਇਸ ਕਰਕੇ ਟੁੱਟੀ। ਉਹਨਾਂ ਨੇ ਕਿਹਾ ਸੀਗਾ ਕਿ ਇੱਕ ਐਸਾ ਪਲਾਨ ਬਣਾਓ ਬੀਇੰਗ ਏ ਪ੍ਰਧਾਨ ਮੰਤਰੀ ਜਿਹਦੇ ਵਿੱਚ ਲੋਕ ਪਿੱਛੇੋਂ ਦੀ ਐਂਟਰੀ ਕਰ ਸਕਣ ਸਰਕਾਰ 'ਚ, ਕਿ ਬਹੁਤ ਜਿਹੜੇ ਸਕਿਲਡ ਲੋਕ ਨੇ ਉਹਨਾਂ ਲਈ ਇੱਕ ਵੱਖਰਾ ਕੋਟਾ ਜਾਂ ਇੱਕ ਵੱਖਰਾ ਸਿਸਟਮ ਬਣਾਓ ਕਿ ਰਾਜ ਸਭਾ ਜਾਂ ਲੋਕ ਸਭਾ ਦਾ ਮੈਂਬਰ ਨਾ ਹੋ ਕੇ ਵੀ ਉਹ ਬੰਦਾ ਸਰਕਾਰ ਦੇ ਵਿੱਚ ਕਿਸੇ ਵੱਡੇ ਅਹੁਦੇ ਤੇ ਆ ਸਕਦਾ ਹੋਵੇ। ਇਸੇ ਤਰਜ਼ ਦੇ ਉੱਤੇ ਮੋਦੀ ਸਾਹਿਬ ਨੇ IPS ਤੇ IAS ਨਿਯਮਾਂ ਦੇ ਵਿੱਚ ਕੁਝ ਬਦਲਾਅ ਵੀ ਕੀਤੇ ਆ ਤੇ ਕੁਝ ਸਕਿਲਡ ਬੰਦਿਆਂ ਨੂੰ ਇਸ ਲੌਬੀ ਦੇ ਵਿੱਚ ਲੈ ਕੇ ਆਉਣ ਦੀ ਗੱਲ ਵੀ ਕੀਤੀ ਆ ਤੇ ਲਿਆਂਦੇ ਵੀ ਨੇ ਉਹਨਾਂ ਨੇ। ਇਹਦਾ IAS ਲੌਬੀ ਵੱਲੋਂ ਵਿਰੋਧ ਕੀਤਾ ਜਾਂਦਾ। ਇਹਦਾ ਕਹਿਣ ਦਾ ਮਕਸਦ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਸਰਕਾਰ ਦੇ ਵਿੱਚ ਸਿੱਧੀ ਐਂਟਰੀ ਚਾਹੁੰਦੇ ਸੀ। ਮੋਦੀ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਠੀਕ ਹੈ ਐਸਾ करेंगे, आपका जो पैगाम है, आपका जो प्रोग्राम है, आपका जो प्लान है, आपकी जो योजना है वो बहुत उत्तम है, पर ਬਾਅਦ ਵਿੱਚ ਉਹਦੇ ਤੇ ਜਿਹੜਾ ਕੰਮ ਆ ਉਹ ਨਹੀਂ ਕੀਤਾ। ਤੇ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਨੇ ਕਿ ਮੇਰਾ ਜਿਹੜਾ ਸੁਭਾਅ ਆ ਉਹ ਬਹੁਤ ਕਾਲਾ ਆ, ਮੈਂ ਫਿਰ ਵੇਟ ਨਹੀਂ ਕੀਤੀ ਸਰਕਾਰ ਦੀ ਤੇ ਮੇਰਾ ਫਿਰ ਇਹਨਾਂ ਨਾਲ ਜਿਹੜਾ ਸੀ ਉਹ ਤੋੜ ਵਿਛੋੜਾ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੇ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਜੁਆਇਨ ਕੀਤਾ ਤੇ ਜਦੋਂ ਬਿਹਾਰ ਦੇ ਵਿੱਚ ਇਲੈਕਸ਼ਨ ਸੀ ਤੇ ਉੱਥੇ ਵੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਪਾਰਟੀ ਦਾ ਪ੍ਰਧਾਨ ਬਣਾਓ ਜਾਂ ਘੱਟੋ ਘੱਟ ਉਪ ਪ੍ਰਧਾਨ ਬਣਾਓ ਜੀ। ਤੇ ਨਿਤਿਸ਼ ਕੁਮਾਰ ਨੇ ਉਹਨਾਂ ਨੂੰ ਕਿਹਾ ਕਿ ਪਾਰਟੀ ਸੰਵਿਧਾਨ ਦੇ ਵਿੱਚ ਇਹ ਜਿਹੜੀ ਇਹ ਚੀਜ਼ ਸੰਭਵ ਨਹੀਂ, ਤੈਨੂੰ ਮੈਂ ਵੱਧ ਤੋਂ ਵੱਧ ਇੱਥੇ ਰਾਜ ਮੰਤਰੀ ਦਾ ਦਰਜਾ ਜਾਂ ਕੈਬਨਿਟ ਮੰਤਰੀ ਦਾ ਦਰਜਾ ਦੇ ਸਕਦਾ। ਉੱਥੋਂ ਵੀ ਉਹ ਬਾਹਰ ਆ ਗਏ। ਹੁਣ ਚਰਚਾ ਦੇ ਵਿੱਚ ਆ ਕਿ ਉਹਨਾਂ ਨੇ ਸ਼ਰਦ ਪਵਾਰ ਨਾਲ ਗੰਢ ਧੁੱਪ ਕੀਤੀ ਆ ਵੀ ਤੁਹਾਨੂੰ ਬਣਾਈ ਰਾਸ਼ਟਰਪਤੀ ਦਿੰਨੇ ਆ ਜੇ ਗੋਟੀਆਂ ਫਿੱਟ ਹੋ ਜਾਣ ਤੇ ਜੀ। ਉਸ ਤੋਂ ਬਾਅਦ ਫਿਰ ਜਿਹੜੀ ਹੁਣ ਤਾਜ਼ੀ ਚਰਚਾ ਆ, ਹਾਲਾਂਕਿ ਅਸੀਂ ਹਫਤਾ 2 ਹਫ਼ਤੇ ਪਹਿਲਾਂ ਵੀ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਰ ਰਹੇ ਨੇ ਜੀ। ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਕਾਂਗਰਸ ਤੋਂ ਬਿਨਾਂ ਭਾਰਤ ਦੇ ਵਿੱਚ ਮਜ਼ਬੂਤ ਵਿਰੋਧੀ ਧਿਰ ਜਿਹੜਾ ਹੈ ਉਹ ਨਹੀਂ ਬਣ ਸਕਦਾ। ਉਸ ਬਿਆਨ ਤੋਂ ਹੀ ਇਹ ਚਰਚਾ ਲੱਗਦੀ ਸੀ ਕਿ ਇਹ ਹੁਣ 2-3 ਧਿਰਾਂ ਇਹਨਾਂ ਨੇ ਅਜਮਾ ਲਈਆਂ, ਬੀਇੰਗ ਏ ਮੁੱਖ ਮੰਤਰੀ ਤੇ ਬੀਇੰਗ ਏ ਪ੍ਰਧਾਨ ਮੰਤਰੀ। ਮੋਦੀ ਸਾਹਿਬ ਨਾਲ ਵੀ ਕੰਮ ਕਰਕੇ ਦੇਖ ਲਿਆ, ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨਾਲ ਵੀ ਕੰਮ ਕਰਕੇ ਦੇਖ ਲਿਆ, ਪਰ ਇੱਥੇ ਉਹਨਾਂ ਦੀ ਜਿਹੜੀ ਦਾਲ ਆ ਉਨੇ ਤਰੀਕੇ ਦੀ ਨਹੀਂ ਗਲ ਸਕਦੀ ਕਿਉਂਕਿ ਪੰਜਾਬ ਇੱਕ ਛੋਟਾ ਸੂਬਾ ਆ ਮੁਕਾਬਲਤਨ UP, ਬਿਹਾਰ, ਮੱਧ ਪ੍ਰਦੇਸ਼ ਜਾਂ ਬਾਕੀ ਸਟੇਟਾਂ। ਬੰਗਾਲ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਮਮਤਾ ਬੈਨਰਜੀ ਦੇ ਨਾਲ, ਤੇ ਨਾਲ ਐਲਾਨ ਕੀਤਾ ਸੀਗਾ ਕਿ ਮੈਂ ਹੁਣ ਚੋਣ ਰਣਨੀਤੀਕਾਰ ਵਾਲੀ ਜਿਹੜੀ ਭੂਮਿਕਾ ਆ ਉਹ ਛੱਡ ਦੇਣੀ ਜੀ। ਤੇ ਸੱਤਾ ਦੀ ਇੱਕ ਖਾਸ ਗੱਲ ਆ ਕਿ ਇੱਥੇ ਤੁਸੀਂ ਦੇਖ ਸਕਦੇ ਆ ਭਾਰਤ ਦੇ ਇਤਿਹਾਸ ਦੇ ਵਿੱਚ ਤੇ ਪ੍ਰੈਜ਼ੈਂਟ ਦੇ ਵਿੱਚ ਵੀ ਕਿ 95 ਸਾਲ ਦੇ ਬੁੱਢੇ, ਸਹੀ ਸ਼ਬਦਾਂ 'ਚ, ਜਿਨ੍ਹਾਂ ਨੂੰ ਫੜ ਕੇ ਉੱਠਣ ਨੂੰ ਵੀ 3 ਬੰਦੇ ਚਾਹੀਦੇ ਨੇ ਤੇ ਕਈਆਂ ਤੇ ਤੰਜ ਕਸੇ ਜਾਂਦੇ ਆ ਕਿ ਉਹਨਾਂ ਦੇ ਕੱਪੜੇ ਪਾਉਣ ਲਈ ਵੀ 4-4 ਬੰਦੇ ਚਾਹੀਦੇ ਨੇ। ਸਾਡੇ ਰਾਸ਼ਟਰਪਤੀ ਵੀ ਇਹੋ ਜਿਹਾ ਰੋਕ ਰਹੇ ਨੇ ਜਿਨ੍ਹਾਂ ਨੂੰ 2 ਪੈਰ ਤੁਰਨ ਤੋਂ ਬਾਅਦ ਕੁਰਸੀ ਤੇ ਬਿਠਾਉਣਾ ਪੈਂਦਾ ਸੀ, ਤੇ ਸਾਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਤੇ ਬਹੁਤ ਇਹੋ ਜਿਹੇ ਰਹੇ ਨੇ ਜਿਹੜੇ ਬਜ਼ੁਰਗ ਸੀ। ਤੇ ਫਿਰ ਹੁਣ ਜੇ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਚਰਚਾ ਉਹ ਕਾਂਗਰਸ 'ਚ ਆਉਣ ਦੀ ਆ ਤੇ ਉੱਥੇ ਇਦਾਂ ਲੱਗਦਾ ਆ ਕਿ ਉਹ ਸਾਰੀ ਜਿਹੜੀ ਬਹੁਤ ਸਾਰੀਆਂ ਧਿਰਾਂ ਦੇ ਨਾਲ ਉਹਨਾਂ ਦੀ ਅੱਛੀ ਪਕੜ ਆ ਜੀ, ਚਾਹੇ ਉਹ ਸ਼ਰਦ ਪਵਾਰ ਨੇ, ਚਾਹੇ ਉਹ ਮਮਤਾ ਬੈਨਰਜੀ ਆ, ਚਾਹੇ ਉਹ ਪੰਜਾਬ ਕਾਂਗਰਸ ਆ, ਤੇ ਚਾਹੇ ਉਹ ਕੁਝ MK ਸਟਾਲਿਨ ਵਾਲੀ ਧਿਰ ਆ ਕੇਰਲਾ ਦੇ ਵਿੱਚ ਨੇ, ਕਿਤੇ ਵੀ ਚਾਹੇ ਉਹਨਾਂ ਨਾਲ ਚੋਣ ਰਣਨੀਤੀਕਾਰ ਦੇ ਤੌਰ ਤੇ ਕੰਮ ਕੀਤਾ ਚਾਹੇ ਨਹੀਂ ਕੀਤਾ, ਪਰ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦੀ ਜਿਹੜੀ ਚੰਗੀ ਜਾਣ ਪਛਾਣ ਆ ਤੇ ਚੰਗੀ ਉਹਨਾਂ ਦੀ ਗੱਲ ਸੁਣਦੇ ਵੀ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਇਲੈਕਸ਼ਨ ਲੋਕਾਂ ਨੂੰ ਜਿਤਾਈਆਂ ਤੇ ਹਰਾਈਆਂ। ਹੁਣ ਉਹ ਚਾਹੁੰਦੇ ਨੇ ਕਿ ਇੱਕ ਇਹੋ ਜਿਹੀ ਭੂਮਿਕਾ ਬਣੇ ਜਿੱਥੇ BJP ਦੇ ਖਿਲਾਫ ਭਾਰਤ ਦੇ ਵਿੱਚ ਇੱਕ ਜੁਟਤਾ ਲਿਆਂਦੀ ਜਾ ਸਕੇ ਰਾਜਨੀਤਿਕ ਧਿਰਾਂ ਦੀ। ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਪ੍ਰਸ਼ਾਂਤ ਕਿਸ਼ੋਰ ਚੋਣ ਰਣਨੀਤੀਕਾਰ ਨੇ, ਲੀਡਰ ਨੇ। ਤੇ ਦੂਸਰੀ ਗੱਲ, ਉਹਨਾਂ ਨੇ ਕਿਸੇ ਬਣੇ ਬਣਾਏ ਲੀਡਰ ਨੂੰ ਚੋਣਾਂ ਜਿਤਾਈਆਂ ਹੋਣਗੀਆਂ ਜਾਂ ਰਾਈਆਂ ਹੋਣਗੀਆਂ, ਉਹਨਾਂ ਨੇ ਲੀਡਰ ਬਣਾਇਆ ਕੋਈ ਨਹੀਂ। ਏਡੀ ਉਹਨਾਂ ਦੇ ਕੋਲ ਜਿਹੜੇ ਸક્ષਮਤਾ ਨਹੀਂ ਹੈਗੀ ਕਿ ਉਹ ਹੁਣ ਨਵੇਂ ਲੀਡਰ, ਨਵੇਂ ਬੁੱਤ ਵੀ ਘੜ ਸਕਣ। ਕਾਂਗਰਸ 'ਚ ਆਉਂਦੇ ਨੇ, ਕਾਂਗਰਸ ਦੇ ਵਿੱਚ ਇੱਕ ਖਲਾ ਜ਼ਰੂਰ ਆ, ਕੁਝ ਲੋਕਾਂ ਨੂੰ ਜੇ ਉਹ ਨਾਲ ਲੈ ਕੇ ਚੱਲਣ ਦੀ ਨੀਤੀ ਰੱਖਦੇ ਹੋਣ ਤਾਂ ਹੋ ਸਕਦਾ ਉਹ ਸਫਲ ਹੋ ਜਾਣ।
ਪਰ ਜੋ ਕੁਝ ਪੰਜਾਬ 'ਚ ਹੋ ਰਿਹਾ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹ ਮੇਰੇ ਆਪ ਦੇ ਵਿਚਾਰ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਆ ਰੱਦੋ ਬਦਲ ਜਿੰਨਾ ਕਿ ਪਿਛਲੇ 6 ਮਹੀਨਿਆਂ 'ਚ ਰੌਲਾ ਦੇਖਿਆ ਸੀ ਕੈਪਟਨ ਦਾ ਤੇ ਸਿੱਧੂ ਦਾ, ਇਹ ਸਾਰੀ ਜਿਹੜੀ ਕਹਾਣੀ ਸੀ ਇਹ ਪ੍ਰਸ਼ਾਂਤ ਕਿਸ਼ੋਰ ਦੀ ਘੜੀ ਹੋਈ ਸੀ ਤੇ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੋ ਗਈ ਆ ਤੇ ਕੁਝ ਦਿਨਾਂ ਤੱਕ ਹੋਰ ਠੀਕ ਹੋ ਜਾਊਗੀ। ਜੀ ਜੀ। ਪਰ ਇਹਨੇ ਉਹ ਜਿਹੜੇ ਮੁੱਦੇ ਸੀ ਉਹਨਾਂ ਨੂੰ ਖਤਮ ਕੀਤਾ ਤੇ ਪ੍ਰਸ਼ਾਂਤ ਕਿਸ਼ੋਰ ਚੰਗੇ ਨੀਤੀਵਾਨ ਨੇ, ਹੋ ਸਕਦਾ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋ ਜਾਣ, ਹੋ ਸਕਦਾ ਕਾਂਗਰਸ ਦੇ ਅੰਦਰੋਂ ਉਹਨਾਂ ਦਾ ਕੁਝ ਵਿਰੋਧ ਵੀ ਹੋਵੇ ਜੀ, ਪਰ ਹੋ ਸਕਦਾ ਵਾਲੀ ਗੱਲ ਜਿਹੜੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਕਿੱਦਾਂ ਦੀ ਰਿਜ਼ਲਟ ਉਹਦੇ ਆਉਂਦੇ ਨੇ ਕਿ ਨਹੀਂ ਆਉਂਦੇ ਨੇ, ਚਰਚਾ ਜ਼ਰੂਰੀ ਹੈ ਜ਼ਰੂਰ ਇਸ ਗੱਲ ਦੀ ਜਿਹੜੀ ਛਿੜੀ ਹੋਈ ਨੇ ਕਿ ਪ੍ਰਸ਼ਾਂਤ ਕਿਸ਼ੋਰ ਛੇਤੀ ਹੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ। ਬਿਲਕਾ ਸਾਹਿਬ, ਪੀਕੇ ਦੀ ਕਾਂਗਰਸ 'ਚ ਐਂਟਰੀ ਬਾਰੇ ਤੁਹਾਡੇ ਸਮੀਕਰਨ ਕੀ ਕਹਿੰਦੇ ਨੇ? ਗੱਲ ਸਵਲੀਨ ਇਸ ਤਰ੍ਹਾਂ ਆ ਵੀ ਏਕੇ ਐਂਟਨੀ, ਮਲਕਾਰਜਨ ਖੜਗੇ, ਹਰੀਸ਼ ਰਾਵਤ ਜੀ, ਅਜੇ ਮਾਕਨ, ਅੰਬਿਕਾ ਸੋਨੀ, ਕੇਸੀ ਬੇਨੂਗੋਪਾਲ, ਇਹਨਾਂ ਨੂੰ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਵੱਲੋਂ ਵਿਚਾਰ ਪੁੱਛਿਆ ਗਿਆ ਹੈ ਵੀ ਜੇਕਰ ਆਪਾਂ ਪ੍ਰਸ਼ਾਂਤ ਕਿਸ਼ੋਰ ਨੀਤੀ ਘੜਾ ਜਿਹੜਾ ਮੰਨਿਆ ਜਾਂਦਾ ਹੈ ਭਾਰਤ ਦੀ ਰਾਜਨੀਤੀ ਵਿੱਚ ਪਿਛਲੇ ਕਹਿ ਸਕਦੇ 15-20 ਸਾਲ ਦੇ ਵਿੱਚ ਉਹਦਾ ਨਾਂ ਜਾਣਿਆ ਜਾਂਦਾ ਹੈ ਵੀ ਜੇ ਉਹਨੂੰ ਕਾਂਗਰਸ ਵਿੱਚ ਆਪਾਂ ਸ਼ਾਮਲ ਕਰਦੇ ਹਾਂ ਤੇ ਸਾਨੂੰ ਨਫਾ ਕੀ ਹੋਊਗਾ, ਨੁਕਸਾਨ ਕੀ ਹੋਊਗਾ। ਇਹ ਜਿਹੜੇ 5-7-10 ਲੀਡਰਾਂ ਦੇ ਮੈਂ ਨਾਂ ਲਏ ਆ ਤੇ ਇਹਨਾਂ ਤੋਂ ਇਹ ਸਾਰੇ ਦਾ ਪ੍ਰਭਾਵ ਪੁੱਛਿਆ ਗਿਆ। ਬਹੁਤੇ ਲੀਡਰਾਂ ਨੇ ਇਹ ਕਿਹਾ ਆ ਵੀ ਜੇ ਇੰਨਾ ਮਤਲਬ ਸ਼ਾਰਪ ਬੰਦਾ ਆਪਣੀ ਪਾਰਟੀ 'ਚ ਆਉਂਦਾ ਤੇ ਆਪਾਂ ਨੂੰ ਉਹਦਾ ਫਾਇਦਾ ਹੋਊਗਾ, ਪਰ ਕਿਤੇ ਨਾ ਕਿਤੇ ਗੱਲ ਇੱਥੇ ਆਣ ਕੇ ਅੜਦੀ ਆ ਵੀ ਉਹਨੂੰ ਰੁਤਬਾ ਕਿਹੜਾ ਦਿੱਤਾ ਜਾਊਗਾ। ਜਿਹੜਾ ਹੁਣ ਇੱਕ ਸਟੇਟ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਉਧਰੋਂ ਛੱਡ ਕੇ ਆਇਆ ਨਿਤਿਸ਼ ਵੱਲੋਂ, ਔਰ ਪੂਰੀ ਭਾਰਤ ਦੀ ਰਾਜਨੀਤੀ ਤੇ ਇਸ ਵੇਲੇ ਉਹ ਪਕੜ ਰੱਖਦਾ ਹੈ ਸਾਰਿਆਂ ਨਾਲ। ਉਹਦੇ ਸ਼ਰਮਾ ਜੀ ਦੱਸਿਆ ਵੀ ਸਾਰਿਆਂ ਨਾਲ ਲਿੰਕ ਵਧੀਆ ਆ, ਮਮਤਾ ਬੈਨਰਜੀ ਤੋਂ ਲੈ ਕੇ ਸ਼ਰਦ ਪਵਾਰ ਤੋਂ ਲੈ ਕੇ ਪੰਜਾਬ ਦੇ ਕੈਪਟਨ CM ਤੋਂ ਲੈ ਕੇ, ਤੇ ਉਹ ਇਸ ਵੇਲੇ ਭਾਰਤ ਦੀ ਰਾਜਨੀਤੀ ਦੇ ਵਿੱਚ ਆਪਣਾ ਸਥਾਨ ਰੱਖਦਾ ਹੈ, ਸਮਝ ਰੱਖਦਾ, ਨੀਤੀ ਰੱਖਦਾ, ਉਹਦੇ ਕੋਲ ਨੀਤੀ ਹੈਗੀ ਆ। ਹੁਣ ਉਹ ਇਸ ਗੱਲ ਨੂੰ ਵੀ ਮੰਨਿਆ ਜਾਂਦਾ ਆ ਕਿ ਜਿਸ ਤਰ੍ਹਾਂ BJP ਨੇ 7 ਸਾਲ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਉੱਤੇ 32-33% ਵੋਟ ਲੈ ਕੇ ਪਕੜ ਬਣਾ ਲਈ ਆ, ਇਹ BJP ਦੀ ਪਕੜ ਨੂੰ ਤੋੜਨ ਲਈ ਵਿਰੋਧੀ ਧਿਰਾਂ ਨੂੰ ਇਕੱਠੇ ਕਿੱਦਾਂ ਕਰਨਾ ਹੈ, ਜਿਹਦੇ ਵਿੱਚ ਚਾਹੇ ਪੈਗਾਸਸ ਮਸਲਾ ਸੀਗਾ, ਚਾਹੇ ਮਮਤਾ ਬੈਨਰਜੀ ਜਿਹੜੀ ਇਸ ਵੇਲੇ ਦਿੱਲੀ ਦੇ ਵਿੱਚ ਆਪਣੀਆਂ ਮੀਟਿੰਗਾਂ ਕਰ ਰਹੀ ਆ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮਿਲ ਰਹੀ ਆ, ਇਹ ਸਾਰਾ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਦਾ ਹਿੱਸਾ ਲੱਗ ਰਿਹਾ ਹੈ। ਤੇ ਇਸ ਕਰਕੇ ਜਿਹੜੇ ਵੀ ਹੁਣ ਕਾਂਗਰਸ ਦੇ ਵਰਕਰ ਆ ਉਹ ਇਸ ਗੱਲ ਤੇ ਸੋਚ ਰਹੇ ਆ ਵੀ ਜੇ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਕਾਂਗਰਸ ਵਿੱਚ ਹੁੰਦੀ ਆ, ਜੋ ਸੰਭਵਤਾ ਲੱਗ ਰਹੀ ਹੁਣ ਤੱਕ, ਕਿਉਂਕਿ ਕਾਫੀ ਮੀਡੀਆ ਅਦਾਰਿਆਂ ਨੇ ਇਹ ਗੱਲ ਕਹਿਤੀ ਆ ਵੀ ਇਹ ਗੱਲਬਾਤ ਤੈਅ ਹੋ ਗਈ ਆ, ਸਿਰਫ ਆਪਣੇ ਵਰਕਰ ਜਿਹੜੇ ਆ ਵੱਡੇ ਕਾਂਗਰਸ ਦੇ ਉਹਨਾਂ ਨੂੰ ਇੱਕ ਸਲਾਹ ਮਸ਼ਵਰੇ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਤੇ ਭੂਮਿਕਾ ਕੀ ਹੋਊਗੀ, ਉਹਨੂੰ ਉਹਦਾ ਕਿਹੜਾ ਦਿੱਤਾ ਜਾਊਗਾ, ਇੱਥੇ ਆਣ ਕੇ ਕਿਤੇ ਨਾ ਕਿਤੇ ਗੱਲ ਬਣਦੀ। ਪਰ ਜਿੰਨਾ ਸਵਲੀਨ ਜੀ ਇਹ ਇਨਸਾਨ ਰਾਜਨੀਤਿਕ ਤੌਰ ਤੇ ਤੇਜ਼ਤਰਾਰ ਮੰਨਿਆ ਗਿਆ ਹੈ, ਉਹਦੇ ਮੁਕਾਬਲੇ ਜਿਸ ਤਰ੍ਹਾਂ ਪਿਛਲੇ 8-10 ਸਾਲ 'ਚ ਰਾਹੁਲ ਗਾਂਧੀ ਦੀ ਰਾਜਨੀਤੀ ਠੰਡੀ ਮੰਨੀ ਗਈ ਆ ਮੋਦੀ ਦੇ ਮੁਕਾਬਲੇ, ਤੇ ਇਹ ਆਉਣ ਵਾਲੇ ਸਮੇਂ ਦੇ ਦੇਖਿਆ ਜਾਊਗਾ ਵੀ ਉਸ ਵੇਲੇ ਫਿਰ ਰਾਹੁਲ ਗਾਂਧੀ ਦੀ ਭੂਮਿਕਾ ਕੀ ਹੋਊਗੀ ਤੇ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਕੀ ਹੋਊਗੀ। ਜੀ ਸ਼ਰਮਾ ਜੀ, ਰੁਕ ਕਰਦੇ ਹਾਂ ਝਾਰਖੰਡ ਵੱਲ, ਜਿੱਥੇ ਇੱਕ ਜੱਜ ਦੀ ਐਕਸੀਡੈਂਟਲ ਮੌਤ ਹੁੰਦੀ ਹੈ ਤੇ ਬਾਅਦ 'ਚ ਉਸ ਮੌਤ ਦੇ ਚਰਚੇ ਬੜੇ ਛਿੜ ਜਾਂਦੇ ਨੇ। ਦੇਖੋ, ਜੇਕਰ ਦੇਖੀਏ ਉੱਪਰਲੀ ਨਜ਼ਰ ਤੋਂ ਦੇਖੀਏ ਤਾਂ ਉਹ ਸਿਰਫ ਇੱਕ ਐਕਸੀਡੈਂਟ ਦੀ ਘਟਨਾ ਲੱਗਦੀ ਹੈ ਕਿ ਇੱਕ ਬੰਦਾ ਸੜਕ ਕਿਨਾਰੇ ਜਾ ਰਿਹਾ ਸੀ, ਇੱਕ ਆਟੋ ਨਾਲ ਟੱਕਰ ਵੱਜੀ, ਕੁਝ ਲੋਕਾਂ ਨੇ ਦੇਖਿਆ, ਉਹਨੂੰ ਹਸਪੀਟਲ ਲੈ ਕੇ ਗਏ ਤੇ ਉਹਦੀ ਮੌਤ ਹੋ ਗਈ। ਪਰ ਜਦੋਂ ਅਸੀਂ ਉਹਦੀ ਵੀਡੀਓ ਦੇਖਦੇ ਹਾਂ ਤੇ ਉਹ ਜਿਸ ਤਰੀਕੇ ਨਾਲ ਉਹ ਐਕਸੀਡੈਂਟ ਹੋਇਆ, ਜਿਸ ਤਰੀਕੇ ਨਾਲ ਉਹ ਘਟਨਾ ਘਟੀ, ਉਸ ਤੋਂ ਇਹ ਲੱਗਦਾ ਹੈ ਕਿ ਉਸ ਬੰਦੇ ਨੂੰ ਜਿਹੜੀ ਟੱਕਰ ਆ ਉਹ ਜਾਣਬੁੱਝ ਕੇ ਮਾਰੀ ਗਈ, ਕਿਉਂਕਿ ਆਟੋ ਜਿਹੜਾ ਹੈ ਉਹ ਕਾਫੀ ਜ਼ਿਆਦਾ ਕੱਟ ਮਾਰ ਕੇ ਸਿੱਧਾ ਉਸ ਬੰਦੇ 'ਚ ਵੱਜਿਆ ਤੇ ਬਾਅਦ ਵਿੱਚ ਉਸ ਆਟੋ ਵਾਲੇ ਨੇ ਆਟੋ ਨੂੰ ਰੋਕ ਕੇ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਬੰਦਾ ਕੌਣ ਆ, ਕੀ ਹੋਇਆ, ਕੀ ਨਹੀਂ ਹੋਇਆ। ਪ੍ਰੀ ਪਲਾਨ ਝਾਰਖੰਡ ਦੇ ਧੰਨਬਾਦ ਦੇ ਵਿੱਚ ਜ਼ਿਲ੍ਹਾ ਜੱਜ ਦੇ ਤੌਰ ਤੇ ਤੈਨਾਤ ਸੀ ਉਹ, ਆਨੰਦ ਜੀ ਉਹਨਾਂ ਦਾ ਨਾਮ ਸੀ ਜੀ। ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸ ਘਟਨਾ ਦਾ ਜਿਹੜਾ ਆ ਉਹ ਸੰਗਿਆਨ ਲਿਆ, ਉਸ ਘਟਨਾ ਦੇ ਉੱਤੇ ਧਿਆਨ ਗਿਆ ਸੁਪਰੀਮ ਕੋਰਟ ਦਾ ਤੇ ਉਹਨਾਂ ਨੇ ਉੱਥੇ ਉਹਦੀ ਜਾਂਚ ਦੀ ਗੱਲ ਕੀਤੀ, ਸਿੱਟ ਵੀ ਬਣਾਈ ਤੇ ਨਾਲ ਦੀ ਨਾਲ ਇਹ ਗੱਲ ਕੀਤੀ ਕਿ ਇਸ ਗੱਲ ਨੂੰ ਦੇਖਿਆ ਜਾਵੇ। ਸੁਪਰੀਮ ਕੋਰਟ ਦੇ ਵਕੀਲਾਂ ਦਾ ਤਾਂ ਇਹ ਕਹਿਣਾ ਸੀਗਾ ਕਿ ਇਹ ਜਿਹੜਾ ਆ ਨਿਆਂਪਾਲਿਕਾ ਤੇ ਹਮਲਾ ਆ। ਬੀਤੇ ਦੇ ਵਿੱਚ ਅਸੀਂ ਇਹੋ ਜਿਹੀਆਂ ਘਟਨਾਵਾਂ ਬਹੁਤ ਦੇਖੀਆਂ, ਬਹੁਤ ਸਾਰੇ ਜੱਜਾਂ ਦੀ ਮੌਤ ਹੋਈ ਆ, ਖਾਸ ਤੌਰ ਤੇ ਗੁਜਰਾਤ ਦੇ ਵਿੱਚ ਜਿਹੜੇ ਹੁਣ ਸਾਡੇ ਗ੍ਰਹਿ ਮੰਤਰੀ ਬਣੇ ਹੋਏ ਨੇ ਉਹਨਾਂ ਨਾਲ ਸੰਬੰਧਿਤ 1-2 ਜੱਜ ਵੀ ਜਿਹੜੇ ਆ ਉਹ ਬਾਅਦ ਵਿੱਚ ਮਿਲੇ ਨਹੀਂ, ਜਾਂ ਉਹਨਾਂ ਦੀ ਐਕਸੀਡੈਂਟਲ ਡੈਥ ਹੋ ਗਈ, ਜਾਂ ਉਹਨਾਂ ਦੇ ਸੁਸਾਈਡ ਵਰਗੇ ਕੇਸ ਜਿਹੜੇ ਆ ਉਹ ਸਾਹਮਣੇ ਆਏ। ਜੇਕਰ ਇਸ ਕੇਸ ਦੀ ਗੱਲ ਕਰੀਏ ਤੇ ਉਸ ਜੱਜ ਸਾਹਿਬ ਬਾਰੇ ਕਿਹਾ ਜਾਂਦਾ ਕਿ ਉਹ 2-3 ਬਹੁਤ ਖਾਸ ਕੇਸ ਜਿਹੜੇ ਉਸ ਜ਼ਿਲ੍ਹੇ ਦੇ ਵਿੱਚ ਦੇਖ ਰਹੇ ਸੀ, ਜਿਨ੍ਹਾਂ ਦੇ ਵਿੱਚ ਮਾਈਨਿੰਗ ਦਾ ਕੇਸ ਵੀ ਸੀ ਜਾਂ ਕਰਪਸ਼ਨ ਦੇ ਕੁਝ ਕੇਸ ਵੀ ਸੀ। ਪਰ ਇੱਕ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ, ਇਹ ਜੱਜ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਉਹ ਕਿਹੋ ਜਿਹੇ ਮੁਲਕ 'ਚ ਰਹਿ ਰਹੇ ਨੇ ਤੇ ਕਿਹੋ ਜਿਹੀ ਨਿਆਂਪਾਲਿਕਾ, ਕਿਹੋ ਜਿਹੀ ਇੱਥੇ ਕਾਨੂੰਨ ਦਾ ਸਿਸਟਮ ਆ, ਕਿਹੋ ਜਿਹੀ ਇੱਥੇ ਪੁਲਿਸਿੰਗ ਆ, ਤੇ ਜਿੱਥੇ ਉਹ ਸੜਕ ਦੇ ਉੱਤੇ ਸਵੇਰੇ ਜੋਗਿੰਗ ਕਰਦੇ ਆ।
ਉਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਮੁਲਕ ਜਿਹੜਾ ਆ ਇਹ ਸਾਫ਼ ਠੀਕ ਠਾਕ ਲੋਕਾਂ ਲਈ ਚੰਗਾ ਨਹੀਂ ਹੈਗਾ। ਇੱਥੇ ਜੇ ਸੈਰ ਕਰਨੀ ਆ ਤਾਂ ਅਨਿਲ ਅੰਬਾਨੀ ਵਾਂਗ ਕਰਨੀ ਚਾਹੀਦੀ ਆ ਕਿ ਅੱਗੇ ਅੱਗੇ ਤੁਸੀਂ ਸੈਰ ਕਰਦੇ ਹੋ, ਤੁਹਾਡੇ ਪਿੱਛੇ ਪਿੱਛੇ ਤੁਹਾਡੀ ਇਸ ਕਲਾਸ ਦੇ ਵਿੱਚ ਤੁਹਾਡੇ ਜਿਹੜੇ ਬਾਡੀਗਾਰਡ ਆ ਉਹ ਨਾਲ ਸੈਰ ਕਰਦੇ ਹੋਣ। ਇੱਥੇ ਆਮ ਤੌਰ ਤੇ ਪਟਿਆਲੇ ਦੇ ਵਿੱਚ ਵੀ ਇੱਕ ਵਾਰ ਇੱਕ ਇਹੋ ਜਿਹੇ ਅਫਸਰ ਦੀ ਮੌਤ ਹੋਈ ਸੀ, ਉਹ ਬਾਅਦ ਵਿੱਚ ਉਹ ਮਸਲਾ ਜਿਹੜਾ ਸੀਗਾ ਉਹ ਨਜਾਇਜ਼ ਸਬੰਧਾਂ ਦਾ ਨਿਕਲਿਆ ਸੀ ਜੀ। ਸੋ ਕਹਿਣ ਦਾ ਮਤਲਬ ਇਹ ਆ ਕਿ ਜੇਕਰ 2-3 ਕੇਸਾਂ ਦੇ ਚੱਲਦੇ ਹੋਇਆਂ ਕਿਸੇ ਜੱਜ ਨੂੰ ਮਾਰ ਦਿੱਤਾ ਜਾ ਸਕਦਾ ਤੇ ਫਿਰ ਆਮ ਇਨਸਾਨ ਨਾਲ ਕੀ ਹੁੰਦਾ ਹੋਵੇਗਾ। ਇਹ ਬਹੁਤ ਚੰਗਾ ਕੀਤਾ ਸੁਪਰੀਮ ਕੋਰਟ ਨੇ, ਉਹਦੀ ਜਾਣਕਾਰੀ ਲਈ ਆ, ਉਹਦੇ ਤੇ ਕੇਸ ਦਰਜ ਕਰਨ ਦੀ ਗੱਲ ਹੋਈ ਆ, ਜਾਂਚ ਬਿਠਾ ਦਿੱਤੀ ਗਈ ਆ ਤੇ ਆਟੋ ਵਾਲਾ ਬੰਦਾ ਫੜ ਲਿਆ ਗਿਆ, ਨਾਲ 1-2 ਬੰਦੇ ਹੋਰ ਵੀ ਕਾਬੂ 'ਚ ਆਏ ਨੇ ਜੀ। ਹੁਣ ਜਾਂਚ ਉਹ ਕਿੰਨਾ ਦੇਰ ਚੱਲੇਗੀ, ਕਿੰਨੀਆਂ ਕੁ ਉਸ ਕੇਸ ਦੇ ਵਿੱਚ ਤਰੀਕਾਂ ਪੈਣਗੀਆਂ, ਕਿੰਨੀ ਕੁ ਦੇਰ ਪੁਲਿਸ ਉਹਦਾ ਚਲਾਨ ਪੇਸ਼ ਕਰੇਗੀ, ਪੁਲਿਸ ਕੀ ਇੱਕ ਜੱਜ ਦੇ ਐਕਸੀਡੈਂਟ ਦੇ ਕੇਸ ਦੇ ਵਿੱਚ ਵੀ 90 ਦਿਨ ਲਏਗੀ, ਜੇ ਆਮ ਛੋਟੇ-ਮੋਟੇ ਕਿਸੇ ਕੇਸ ਦੇ ਵਿੱਚ ਤਾਂ ਪੁਲਿਸ ਵਾਲੇ ਤੁਹਾਡੀ ਗੱਲ ਹੀ ਨਹੀਂ ਸੁਣਦੇ ਜੀ। ਪਰ ਗੱਲ ਇਹ ਦੇਖਣ ਵਾਲੀ ਇਹੀ ਆ ਕਿ ਇਹ ਜਿਹੜਾ ਸਾਡਾ ਮੁਲਕ ਆ, ਸਾਡਾ ਜਿਹੜਾ ਸਿਸਟਮ ਆ, ਉਹ ਕਿੰਨਾ ਕੁ ਨਿਗਰ ਗਿਆ, ਕਿੰਨਾ ਕੁ ਗਿਰ ਗਿਆ। ਇੱਥੇ ਜਿਹਦਾ ਦਿਲ ਕਰਦਾ ਉਹ ਪ੍ਰਸ਼ਾਸਨ ਨੂੰ ਹੱਥ ਪਾ ਲੈਂਦਾ ਤੇ ਪ੍ਰਸ਼ਾਸਨ ਦਾ ਜੋ ਦਿਲ ਕਰਦਾ ਉਹ ਕਰੀ ਜਾਂਦਾ। ਜਿਹੋ ਜਿਹਾ ਕਾਨੂੰਨ ਦਿਲ ਕਰੇ ਸਰਕਾਰ ਬਣਾਈ ਜਾਂਦੀ ਹੈ, ਲਾਗੂ ਕਰੀ ਜਾਂਦੀ ਹੈ, ਲੋਕ ਜਾਣ ਚੁੱਲ੍ਹੇ 'ਚ। ਤੇ ਇੱਕ ਜੱਜ ਜੇਕਰ ਕੁਝ ਚੰਗੇ ਕੇਸਾਂ ਦਾ ਧਿਆਨ ਰੱਖ ਕੇ ਉਹਦੇ ਤੇ ਫੈਸਲਾ ਦੇਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਸਵੇਰ ਦੀ ਸੈਰ ਦੇ ਦੌਰਾਨ ਹੀ ਟੱਕਰ ਮਾਰ ਕੇ ਮਾਰ ਦਿੱਤਾ ਜਾਂਦਾ। ਸੋ ਇਹ ਸਿਰਫ ਇੱਕ ਐਕਸੀਡੈਂਟ ਦਾ ਕੇਸ ਨਹੀਂ ਹੈਗਾ, ਇਹ ਸਾਰੇ ਮੁਲਕ ਦਾ ਧਿਆਨ ਮੰਗਦਾ ਕੇਸ ਆ ਤੇ ਲੋਕਾਂ ਦਾ ਵੀ ਇਸ ਗੱਲ ਦੇ ਨਾਲ ਸਰੋਕਾਰ ਰੱਖਣਾ ਜ਼ਰੂਰੀ ਆ। ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ। ਜਦ ਤੱਕ ਜਨ ਜਾਗਰਤੀ ਨਹੀਂ ਆਉਂਦੀ ਤਦ ਤੱਕ ਹਰ ਵੱਡੇ ਛੋਟੇ ਲੋਕਾਂ ਦੀ ਜਿਹੜੀ ਮੌਤ ਹੁੰਦੀ ਰਹੂਗੀ ਤੇ ਕਾਨੂੰਨ ਤੁਹਾਡੇ ਤੇ ਥੋਪੇ ਜਾਂਦੇ ਰਹਿਣਗੇ ਜੀ। ਮਾਹਿਰ ਮਹਿਮਾਨਾਂ ਦੇ ਨਾਲ ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਇੱਕ ਡਾਇਲੋਗ ਅੱਜਕੱਲ ਬੜਾ ਫੇਮਸ ਹੋ ਰਿਹਾ ਹੈ ਕਿ ਭਾਜਪਾ ਵਾਲੇ ਵੋਟਾਂ ਮੰਗਣ ਆਏ ਤੇ ਫੜਕਾ ਕੇ ਭੇਜਿਓ। ਸਵਲੀਨ ਜੀ, ਇਹ ਗੱਲ ਕਰਦੇ ਤੁਸੀਂ ਉੱਤਰ ਪ੍ਰਦੇਸ਼ ਦੇ ਇੱਕ ਸਾਬਕਾ ਮੰਤਰੀ ਦੀ। ਇਹ ਵੀ ਸਾਬਕਾ ਮੰਤਰੀ ਜਿਹੜੇ ਆ ਓਮ ਪ੍ਰਕਾਸ਼ ਰਾਜਭਰ, ਇਹ ਜੋਗੀ ਸਰਕਾਰ ਦੇ ਵਿੱਚ ਮੰਤਰੀ ਰਹੇ ਆ। ਫਿਰ ਜਿੱਦਾਂ ਦੀਆਂ ਪੜ੍ਹਾਈਆਂ ਇਹਨਾਂ ਨੇ RSS ਨੇ ਜਾਂ BJP ਨੇ ਆਪਣੇ ਮੰਤਰੀਆਂ ਨੂੰ, ਆਪਣੇ ਲੀਡਰਾਂ ਨੂੰ ਜਾਂ ਆਪਣੇ ਕੇਡਰ ਨੂੰ ਪੜ੍ਹਾਈਆਂ ਆ, ਤੇ ਫਿਰ ਉੱਦਾਂ ਦਾ ਹੀ ਉਹਦੀ ਉਗਾਂ ਫਿਰ ਜਾ ਕੇ ਉਗਲਦੇ ਆ। ਪਹਿਲਾਂ ਤਾਂ ਇਹ ਵਿਰੋਧੀ ਪਾਰਟੀਆਂ ਦੇ ਖਿਲਾਫ ਉਗਲਦੇ ਸੀ, ਖਾਸ ਕਰਕੇ ਦੂਸਰੇ ਜਿਹੜੇ ਧਰਮ ਆ ਉਹਨਾਂ ਦੇ ਖਿਲਾਫ ਉਗਲਦੇ ਸੀ ਇੱਦਾਂ ਦੀਆਂ ਗੱਲਾਂ। ਪਰ ਹੁਣ ਜਦੋਂ ਇਸ ਬੰਦੇ ਨੂੰ ਓਮ ਪ੍ਰਕਾਸ਼ ਰਾਜਭਰ ਨੂੰ ਸਾਬਕਾ ਮੰਤਰੀ ਤੋਂ ਫਿਰ ਭਾਜਪਾ ਨੇ ਡਿਸਮਿਸ ਕਰ ਦਿੱਤਾ ਤੇ ਹੁਣ ਉਹ ਬੰਦਾ ਆਪਣੀ ਜਿਹੜੀ ਆ ਸੁਹੇਲ ਦੇ ਭਾਰਤੀయ ਸਮਾਜ ਪਾਰਟੀ ਬਣਾ ਕੇ ਮਤਲਬ ਕੰਮ ਕਰ ਰਿਹਾ ਆ, ਜਿਹਦੇ ਵਿੱਚ ਉਹਨੇ ਮੁੱਦੇ ਉਠਾਇਆ ਕਿ ਮਹਿੰਗਾਈ ਜਿਹੜੀ ਆ ਉਹ ਇਸ ਵੇਲੇ ਔਰਤ ਵਰਗ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਇੱਕ ਘਰ ਔਰਤ ਵਰਗ ਨੇ ਚਲਾਉਣਾ ਹੈ। ਉਹਨਾਂ ਨੇ ਕਿਹਾ ਆ ਕਿ ਜਿਸ ਤਰ੍ਹਾਂ ਤੁਸੀਂ 15 ਲੱਖ ਦੀ ਗੱਲ ਕੀਤੀ ਸੀ ਲੋਕਾਂ ਨੇ, ਤੇ ਲੋਕਾਂ ਦੀਆਂ ਮਹਿਲਾਵਾਂ ਨੇ ਜਾਂ ਲੋਕਾਂ ਨੇ ਆਮ ਵੋਟ ਪਾਤੀ ਮੋਦੀ ਨੂੰ, ਤੇ ਮਹਿੰਗਾਈ ਦੀ ਬਹੁਤ ਵੱਡੀ ਗੱਲਬਾਤ ਉਸ ਵਾਰ 33% ਰਿਜ਼ਰਵੇਸ਼ਨ ਦੀ ਜਿਹੜੀ ਗੱਲ ਕਰਕੇ BJP ਮਤਲਬ ਸੱਤਾ ਦੇ ਵਿੱਚ ਹਮੇਸ਼ਾ ਕਾਂਗਰਸ ਨੂੰ ਭੰਡਦੇ ਰਹੇ ਵੀ ਅਸੀਂ ਆਣ ਕੇ ਕਰਾਂਗੇ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਹੁਣ ਉਹਨੇ ਜਦੋਂ ਪ੍ਰਚਾਰ ਕਰਨਾ ਉੱਥੇ ਸ਼ੁਰੂ ਕੀਤਾ ਆ, ਤੇ ਉਹ ਚੋਗਾ ਤਾਂ BJP ਦਾ ਪਾਇਆ ਹੋਇਆ ਨਾ ਉਹਦੇ ਮੂੰਹ ਦੇ ਵਿੱਚ, ਤੇ ਉਹ ਚੋਗਾ ਹੁਣ ਜ਼ਹਿਰ ਬਣ ਕੇ BJP ਦੇ ਖਿਲਾਫ ਉਗਲ ਰਿਹਾ ਹੈ। ਤੇ ਉਹਨੇ ਫਿਰ ਇਹ ਗੱਲ ਕਹੀ ਆ ਵੀ ਜੇਕਰ 15 ਲੱਖ ਨਹੀਂ ਮਿਲਦਾ, 33% ਦੀ ਰਿਜ਼ਰਵੇਸ਼ਨ ਤੇ BJP ਨਹੀਂ ਕੰਮ ਕਰਦੀ, ਤੇ ਜੇ ਮਹਿੰਗਾਈ ਜਿਹੜੀ ਹੈ ਇਸ ਵੇਲੇ ਜਿਹੜੀ ਚੁੱਲ੍ਹੇ ਦੇ ਵਿੱਚ ਸਵਾਣੀਆਂ ਨੂੰ ਜਿਹੜੀ ਆ ਉਹ ਤੰਗ ਕਰ ਰਹੀ ਆ, ਜਦੋਂ ਵੀ BJP ਦਾ ਕੋਈ ਮੰਤਰੀ, ਕੋਈ MLA, ਕੋਈ ਲੀਡਰ ਵੋਟਾਂ ਮੰਗਣ ਲਈ ਹੁਣ 2022 ਚ ਆਊਗਾ, ਤੇ ਉਸ ਵੇਲੇ ਉਹਨਾਂ ਦੀਆਂ ਫਿਰ ਲੱਤਾਂ ਬਾਹਾਂ ਭੰਨ ਕੇ ਤੇ ਉਹਨਾਂ ਨੂੰ 4 ਪੈਰਾਂ ਤੇ, ਉਹਨੇ ਇਦਾਂ ਦੇ ਸ਼ਬਦ ਬੋਲੇ ਵੀ 4 ਪੈਰਾਂ ਤੇ ਤੁਸੀਂ ਵਾਪਸ ਭੇਜੋ। ਚਲੋ ਸੰਵਿਧਾਨ ਦੇ ਤੌਰ ਤੇ ਜਾਂ ਆਪਾਂ ਕਾਨੂੰਨ ਦੇ ਤੌਰ ਤੇ ਇਹ ਗੱਲ ਕਿਸੇ ਨੂੰ ਕਹਿਣੀ ਵਾਜਬ ਨਹੀਂ ਹੈਗੀ। ਇੱਕ ਜ਼ਿੰਮੇਵਾਰ ਉਹ ਸਾਬਕਾ ਮੰਤਰੀ ਰਹੇ ਆ, ਸਾਬਕਾ ਮੰਤਰੀ ਤੋਂ ਬਾਅਦ ਜੇ ਅੱਜ ਉਹਨੇ ਬਿਆਨ ਦਿੱਤਾ ਤੇ ਵਾਕਿਆ ਹੀ ਇਹ ਬਿਆਨ ਜਿਹੜਾ ਆ ਇਸ ਵੇਲੇ ਵਾਇਰਲ ਹੋ ਕੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਆ। ਇਹ ਤੋਂ ਫਿਰ ਇਹ ਲੱਗਦਾ ਆ ਕਿ BJP ਨੇ ਜਿੱਦਾਂ ਦਾ ਬੀਜ ਬੀਜਿਆ ਆ, ਜਿੱਦਾਂ ਦੀ ਰਾਜਨੀਤੀ BJP ਕਰਦੀ ਆ, ਜਿੱਦਾਂ ਦੀ ਨਫ਼ਰਤ ਲੋਕਾਂ ਦੇ ਵਿੱਚ ਵੰਡਦੀ ਆ, ਤੇ ਜਦੋਂ ਫਿਰ ਇਹਨਾਂ ਤੋਂ ਬਾਹਰ ਲੋਕ ਜਾਂਦੇ ਆ ਤੇ ਫਿਰ ਨਫ਼ਰਤ ਜਿਹੜੀ ਆ ਇਹਨਾਂ ਵੱਲ ਨੂੰ ਵੀ ਉਹ ਜ਼ਹਿਰ ਜਿਹੜੀ ਆ ਉਹ ਇਦਾਂ ਹੀ ਉਗਲੀ ਜਾਂਦੀ ਆ। ਤੇ ਜਿਹੜੀ ਇਹ ਬਿਆਨ ਆਇਆ ਆ, ਇਦਾਂ ਦੇ ਬਿਆਨ ਹਮੇਸ਼ਾ ਹੀ ਕਾਂਗਰਸ ਦੇ ਤੁਸੀਂ ਖਿਲਾਫ ਜਾਂ ਦੂਜੇ ਵਿਰੋਧੀ ਦਲਾਂ ਦੇ ਖਿਲਾਫ BJP ਦੇ ਜਿਹੜੇ ਮੌਜੂਦਾ ਮੰਤਰੀ ਆ, ਉਹ ਸਾਧਵੀ ਆ ਜਾਂ ਹੋਰ ਇਦਾਂ ਦੇ ਆ, ਇਦਾਂ ਦੇ ਬੜੇ ਮੰਤਰੀ ਆ ਜਿਹੜੇ ਉਹ ਦਿੰਦੇ ਪਹਿਲਾਂ ਵੀ ਦੇਖੇ ਗਏ ਆ। ਪਰ ਅੱਜ BJP ਚੋਂ ਨਿਕਲਿਆ ਮੰਤਰੀ ਜੇ BJP ਦੀਆਂ ਲੱਤਾਂ ਤੋੜਨ ਦੀ ਗੱਲ ਕਰ ਰਿਹਾ, ਤੇ BJP ਨੂੰ ਕਿਤੇ ਨਾ ਕਿਤੇ ਆਪਣੀ ਰਣਨੀਤੀ ਤੇ ਦੁਬਾਰਾ ਫੇਰ ਵੀ ਸੋਚਣਾ ਜ਼ਰੂਰ ਚਾਹੀਦਾ। ਜੀ ਸ਼ਰਮਾ ਜੀ, ਜੇ ਗੱਲ ਕਰੀਏ ਮੈਡੀਕਲ ਸਿੱਖਿਆ ਖੇਤਰ ਦੀ, ਤੇ ਮੋਦੀ ਸਾਹਿਬ ਨੇ ਹੁਣ ਕੀ ਐਲਾਨ ਕੀਤਾ ਹੈ? ਦੇਖੋ, ਕੁਝ
ਪਿਛਲੇ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇੱਕ ਆਰਕਸ਼ਣ ਦੀ ਜਿਹੜੀ ਨੀਤੀ ਆ ਉਹਦੇ ਤੇ ਦੁਬਾਰਾ ਕੰਮ ਕਰੋ ਤੇ ਇੱਕ ਕੋਟਾ ਪਾਲਿਸੀ ਜਿਹੜੀ ਆ ਉਹ ਬਣਾਈ ਜਾਵੇ। ਉਹਦੇ ਅਧੀਨ ਇਹਨਾਂ ਨੇ ਹੁਣ ਐਲਾਨ ਕੀਤਾ। ਦੇਖੋ ਮਜ਼ੇ ਦੀ ਇੱਕ ਗੱਲ ਹੋਰ ਹੈ ਸੁਖਲੀਨ ਜੀ ਕਿ ਸੰਸਦ ਜਿਹੜਾ ਆ ਉਹ ਚੱਲ ਰਹੀ ਆ, ਮੌਨਸੂਨ ਦਾ ਸੈਸ਼ਨ ਚੱਲ ਰਿਹਾ ਤੇ ਪ੍ਰਧਾਨ ਮੰਤਰੀ ਨੇ ਉੱਥੇ ਨਹੀਂ ਇਹ ਗੱਲ ਕੀਤੀ ਕਿਉਂਕਿ ਉੱਥੇ ਰੌਲਾ ਰੱਪਾ ਜਿਹੜਾ ਬਹੁਤ ਪਿਆ ਹੋਇਆ ਤੇ ਬਹੁਤ ਤੁਹਾਡੀ ਖਿਲਾਫਤ ਹੋ ਰਹੀ ਹੈ। ਜਦਕਿ ਸੰਸਦ ਤੋਂ ਬਾਹਰ ਹੀ ਇੱਕ ਬਿਆਨ ਦਿੱਤਾ ਕਿ 27% ਰਿਜ਼ਰਵੇਸ਼ਨ ਜਿਹੜੀ ਆ OBC ਲਈ ਕੀਤੀ ਜਾਊਗੀ ਤੇ 10% ਰਿਜ਼ਰਵੇਸ਼ਨ ਜਿਹੜੀ ਆ ਉਹ EWS ਜਿਹੜਾ ਇੱਕ ਨਾਮ ਰੱਖਿਆ ਇਕਨੋਮਿਕਲੀ ਵੀਕਰ ਸੈਕਸ਼ਨ ਆਫ ਦਾ ਸੋਸਾਇਟੀ ਉਹਨਾਂ ਲਈ ਕੀਤੀ ਜਾਊਗੀ। ਇਹ ਜਿਹੜੀ ਰਿਜ਼ਰਵੇਸ਼ਨ ਆ, ਜਿਹੜਾ ਰਾਖਵਾਂਕਰਨ ਆ, ਇਹ ਹੈਗਾ ਹੈ ਜੀ ਮੈਡੀਕਲ ਸਿੱਖਿਆ ਦੇ ਖੇਤਰ 'ਚ, ਡੈਂਟਿਸਟ ਲਈ ਵੀ ਤੇ ਦੂਸਰੀਆਂ ਵੀ ਜਿਹੜੀਆਂ ਉਹਨਾਂ ਦੀਆਂ ਬੈਚਲਰ ਡਿਗਰੀ ਆ, ਜਿਹੜੀ MBBS ਆ ਉਹਦੇ ਲਈ ਵੀ ਤੇ ਜਿਹੜੀਆਂ ਮਾਸਟਰ ਡਿਗਰੀਆਂ ਆ ਉਹਦੇ ਲਈ ਵੀ। ਪਿਛਲੇ ਸਾਲਾਂ ਦੇ ਵਿੱਚ ਹੋਰ ਕੁਝ ਕੰਮ BJP ਦੇ ਹੱਕ 'ਚ ਜਾਂਦੇ ਹੋਣ ਜਾਂ ਨਾ ਜਾਂਦੇ ਹੋਣ, ਇਹ ਜਿਹੜੀ ਮੈਡੀਕਲ ਐਜੂਕੇਸ਼ਨ ਆ ਉਹਦੇ ਵਿੱਚ ਇਹਨਾਂ ਨੇ ਕੁਝ ਕੰਮ ਚੰਗੇ ਜ਼ਰੂਰ ਕੀਤੇ ਆ। ਕੋਈ 20-25 ਹਜ਼ਾਰ ਸੀਟ ਇਹਨਾਂ ਨੇ MBBS ਦੀ ਵਧਾਈ ਆ ਹਿੰਦੁਸਤਾਨ ਦੇ ਵਿੱਚ ਤੇ ਇੰਨੀ ਕੀ ਸੀਟ ਜਿਹੜੀ ਇਹਨਾਂ ਨੇ ਮਾਸਟਰ ਡਿਗਰੀਆਂ ਦੀ ਵਧਾਈ ਆ ਤੇ ਕੋਈ 100-150 ਦੇ ਕਰੀਬ ਇਹਨਾਂ ਨੇ ਮੈਡੀਕਲ ਕਾਲਜ ਵੀ ਹਿੰਦੁਸਤਾਨ ਦੇ ਵਿੱਚ ਜਿਹੜੇ ਨਵੇਂ ਉਹ ਖੋਲ੍ਹੇ ਆ। ਜਿੱਦਾਂ ਸਾਡੀ ਆਬਾਦੀ ਵੱਧ ਰਹੀ ਆ ਉਹਦੇ 'ਚ ਜਿਹੜਾ ਸਾਡਾ ਡਾਕਟਰ ਪੇਸ਼ੈਂਟ ਰੇਸ਼ੋ ਆ ਤੇ ਜੋ ਕੁਛ ਜਿਹੜੀ ਉਹ ਡਾਕਟਰ ਪੇਸ਼ੈਂਟ ਰੇਸ਼ੋ ਆ ਬੜੀ ਘੱਟ ਆ ਤੇ ਇਹਦੇ ਨਾਲ ਦੀ ਨਾਲ ਕੋਵਿਡ ਦੇ ਦੌਰਾਨ ਅਸੀਂ ਦੇਖਿਆ ਕਿ ਸਿੱਖਿਆ ਦਾ ਜਿਹੜਾ ਖੇਤਰ ਸਿਹਤ ਦਾ ਜਿਹੜਾ ਖੇਤਰ ਆ ਉਹਦੇ 'ਚ ਸਾਡੇ ਹਾਲਾਤ ਜਿਹੜੇ ਬਹੁਤ ਖਰਾਬ ਨੇ। ਪਰ ਇੱਥੇ ਵੀ ਜਿਹੜੀ ਉਹਨਾਂ ਦੀ ਨੀਤ ਆ, ਫਿਰ ਤੁਸੀਂ ਕਹਿਣਾ ਕਿ ਤੁਸੀਂ ਹਰ ਗੱਲ ਦੇ ਉੱਤੇ ਸਰਕਾਰ ਦੀਆਂ ਕਮੀਆਂ ਕੱਢਣ ਦਾ ਠੇਕਾ ਲਿਆ ਹੋਇਆ। ਹੁਣ ਸਰਕਾਰ ਕੰਮ ਹੀ ਇਦਾਂ ਦੇ ਕਰਦੀ ਆ, ਗੱਲ ਲੈ ਕੇ ਹੀ ਉਹ ਤੁਹਾਡੇ ਸਾਹਮਣੇ ਆਉਂਦੇ ਆ ਜਿਹਦੇ ਚੋਂ ਉਹਨਾਂ ਦੀ ਨੀਤ ਦੇ ਉੱਤੇ ਪਹਿਲਾਂ ਹੀ ਸ਼ੱਕ ਹੋ ਜਾਂਦਾ, ਫਿਰ ਬੰਦਾ ਕਰੇ ਕੀ। ਤੁਹਾਨੂੰ ਯਾਦ ਹੋਣਾ ਜਿਸ ਦਿਨ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੁੰਦੀ ਆ ਤੇ ਸਭ ਤੋਂ ਪਹਿਲਾਂ ਮੋਦੀ ਸਾਹਿਬ ਨੇ ਇਹ ਵਿਰੋਧੀ ਧਿਰ ਨੂੰ ਕਿਹਾ ਕਿ ਮੈਂ ਤਾਂ SC ST ਤੇ OBC ਮੰਤਰੀ ਬਹੁਤ ਬਣਾਏ ਆ ਤੇ ਜਿਹੜੀ ਕਾਂਗਰਸ ਆ ਉਹਨਾਂ ਨੂੰ ਤੁਹਾਡਾ ਮੰਤਰੀ ਬਣਨਾ ਹੀ ਪਸੰਦ ਨਹੀਂ, ਇਸ ਕਰਕੇ ਰੌਲਾ ਪਾ ਰਿਹਾ। ਜਦ ਕਿ ਅਸਲ ਦੇ ਵਿੱਚ ਰੌਲਾ ਜਿਹੜਾ ਪੈ ਰਿਹਾ ਸੀਗਾ ਉਹ ਮਹਿੰਗਾਈ ਨੂੰ ਲੈ ਕੇ ਪੈ ਰਿਹਾ ਸੀ, ਕਿਸਾਨ ਬਿੱਲਾਂ ਨੂੰ ਲੈ ਕੇ ਪੈ ਰਿਹਾ ਸੀ ਤੇ ਪੈਗਾਸਸ ਨੂੰ ਲੈ ਕੇ ਪੈ ਰਿਹਾ ਸੀ। ਤੇ ਉਹਨਾਂ ਨੇ ਸਪੀਕਰ ਨੂੰ ਸੰਬੋਧਨ ਹੋ ਕੇ ਇਹ ਗੱਲ ਕਹੀ ਆ ਕਿ ਸਪੀਕਰ ਮਹੋਦੈ, ਕਿਉਂਕਿ ਮੰਤਰੀ ਜਿਹੜੇ ਆ ਉਹ ਦਲਿਤ ਸਮੁਦਾਇ ਤੋਂ ਆਏ ਆ, ਕਿਉਂਕਿ ਉਹ SC ST ਤੇ OBC ਤੋਂ ਆਏ ਆ, ਇਸ ਕਰਕੇ ਇਹਨਾਂ ਨੂੰ ਜਿਹੜੀ ਸੰਸਦ ਆ, ਜਿਹੜੇ ਸੰਸਦ ਦੇ ਵਿੱਚ ਉੱਚ ਕੁਲੀਨ ਦੇ ਲੋਕ ਬੈਠੇ ਉਹ ਪਸੰਦ ਨਹੀਂ ਕਰਦੇ। ਸੋ ਇਹ ਅਗੇਨ ਦੁਬਾਰਾ ਫਿਰ ਜੇ ਅਸੀਂ ਇਸ ਬਿਆਨ ਨੂੰ ਦੇਖੀਏ, ਸੰਸਦ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਦਾ ਇਹ ਗੱਲ ਕਹਿਣੀ, ਉਹ ਸਿਰਫ ਔਰ ਸਿਰਫ ਲੋਕਾਂ ਨੂੰ ਵੰਡਣ ਦੀ ਜਿਹੜੀ ਆ ਰਾਜਨੀਤੀ ਆ। ਜੇਕਰ ਇਹਨਾਂ ਨੂੰ OBC ਦਾ ਇੰਨਾ ਹੀ ਦਰਦ ਸੀਗਾ ਤੇ ਜਦੋਂ ਤੁਸੀਂ ਇਹਦੀ ਗੱਲ ਕਰਦੇ ਆ, ਇਹ ਮੈਡੀਕਲ ਫੀਲਡ ਦੀ ਗੱਲ ਕਰ ਲਈਏ ਤੇ ਕਿੰਨੀਆਂ ਹੀ ਪੋਸਟਾਂ ਜਿਹੜੀਆਂ ਡਾਕਟਰਾਂ ਦੀਆਂ ਖਾਲੀ ਪਈਆਂ। ਜੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੀ ਜਾਂ ਸੈਂਟਰਲ ਯੂਨੀਵਰਸਿਟੀਆਂ ਜਿਹੜੀਆਂ ਸਿੱਧੀਆਂ ਕੇਂਦਰ ਦੇ ਅਧੀਨ ਆ ਉੱਥੇ ਹੀ ਦੇਖ ਲਈਏ ਤੇ 40 ਤੋਂ 60% ਪੋਸਟਾਂ ਜਿਹੜੀਆਂ ਆ ਉਹ OBC ਨਾਲ ਰਿਲੇਟਡ ਜਿਹੜੀਆਂ ਨੇ, SC ST ਨਾਲ ਰਿਲੇਟਡ ਨੇ, ਉਹ ਖਾਲੀ ਪਈਆਂ ਨੇ। ਤੁਸੀਂ OBC ਲਈ 27% ਕੋਟਾ ਨਿਸ਼ਚਿਤ ਕਰ ਦਿੱਤਾ ਕਿ 27% ਡਾਕਟਰ ਵੱਧ ਜਿਹੜੇ ਆ ਉਹ OBC ਕੈਟਾਗਰੀ ਦੇ ਜਿਹੜੇ ਆ ਉਹਨਾਂ ਨੂੰ ਸੀਟ ਮਿਲ ਜਾਏਗੀ MBBS ਦੇ ਵਿੱਚ, ਬਹੁਤ ਚੰਗੀ ਗੱਲ ਆ। ਤੁਸੀਂ 20-30 ਹਜ਼ਾਰ ਸੀਟ ਵਧਾਈ ਹੈ MBBS ਦੇ ਵਿੱਚ, ਬਹੁਤ ਚੰਗੀ ਗੱਲ ਆ ਕਿ ਹਰ 5 ਸਾਲ ਬਾਅਦ 20 ਹਜ਼ਾਰ ਵੱਧ ਡਾਕਟਰ ਹਿੰਦੁਸਤਾਨ ਨੂੰ ਮਿਲ ਜਾਣਗੇ। ਪਰ ਉਹ 27% ਵਧਾਉਣ ਦੇ ਨਾਲ ਜਿਹੜਾ ਕੰਪੀਟੀਸ਼ਨ ਆ ਉਹ ਜਿਹੜੀਆਂ ਜਨਰਲ ਕੈਟਾਗਰੀਜ਼ ਆ ਜਾਂ ਦੂਸਰੀਆਂ ਕੈਟਾਗਰੀਆਂ ਉਹਨਾਂ ਲਈ ਵੱਧ ਜਾਏਗਾ। ਖੈਰ ਮੇਰਾ ਜਿਹੜਾ ਗੱਲ ਕਰਨ ਦਾ ਮੁੱਦਾ ਆ ਉਹ ਰਿਜ਼ਰਵੇਸ਼ਨ ਨਹੀਂ ਹੈ, ਮੈਂ ਤਾਂ ਇਹਨਾਂ ਦੀ ਨੀਤੀ ਦੀ ਗੱਲ ਕਰਦਾ, ਨੀਤੀ ਦੀ ਗੱਲ ਕਰਦਾ। ਜਦੋਂ ਇਹਨਾਂ ਨੇ ਉਹ OBC ਮੰਤਰੀ ਬਣਾਏ ਤੇ ਤੁਸੀਂ ਦੇਖੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੇ ਪੋਸਟਰ ਲੱਗੇ, ਉਹਨਾਂ ਬੀਬੀਆਂ ਦੇ ਜਿਹੜੀਆਂ OBC ਤੇ SC ST ਤੋਂ ਆਈਆਂ ਸੀ ਉਹਨਾਂ ਦੀਆਂ ਫੋਟੋਆਂ ਲਾ ਕੇ ਤੇ ਨਾਲ ਦੀ ਨਾਲ ਮੋਦੀ ਸਾਹਿਬ ਦੀ ਫੋਟੋ ਲਾਈ ਗਈ ਤੇ ਦੱਸਿਆ ਗਿਆ ਕਿ ਮੋਦੀ ਸਾਹਿਬ ਨੇ ਦਲਿਤ ਜਿਹੜੇ ਆ ਉਹ ਮੰਤਰੀ ਬਣਾਏ ਆ। ਵੱਖ-ਵੱਖ ਸ਼ਹਿਰਾਂ 'ਚ, UP ਦੇ ਵਿੱਚ ਵੀ ਲੱਗੀਆਂ, ਹੋਰ ਸ਼ਹਿਰਾਂ ਦੇ ਵਿੱਚ ਵੀ ਲੱਗੀਆਂ। ਕੀ ਕਿਤੇ ਇਦਾਂ ਦਾ ਪੋਸਟਰ ਵੀ ਲੱਗਾ ਕਿ ਮੋਦੀ ਸਾਹਿਬ ਦੇ ਰਾਜ ਦੇ ਦੌਰਾਨ OBC ਦੀਆਂ ਰਿਜ਼ਰਵ ਜਿਹੜੀਆਂ ਪੋਸਟਾਂ ਨੇ ਉਹ 6-6 5-5 4-4 ਖਾਲੀ ਪਈਆਂ ਨੇ। ਬਿਲਕੁਲ ਉਹਨਾਂ ਦੇ ਕਿਸੇ ਮਿਨਿਸਟਰ ਨੂੰ, ਕਿਸੇ ਮੰਤਰੀ ਨੂੰ, ਕਿਸੇ MLA ਨੂੰ, ਕਿਸੇ MP ਨੂੰ ਜਾਂ ਵਿਰੋਧੀ ਧਿਰ ਦੇ ਵੀ ਕਿਸੇ ਲੀਡਰ ਨੂੰ ਇਹ ਪੋਸਟ ਖਾਲੀ ਨਜ਼ਰ ਨਹੀਂ ਆਈ। 27 ਮੰਤਰੀ ਉਹਨਾਂ ਨੇ ਕਹਿਤਾ ਕਿ 90-91 ਜਿਹੜੀਆਂ ਸਾਡੀਆਂ ਪੋਸਟਾਂ ਉਹਨਾਂ ਨੇ ਭਰੀਆਂ ਆ, ਮੰਤਰੀ ਮੰਡਲ ਬਣਾ ਲਿਆ ਆਪਣਾ। ਠੀਕ ਹੈ, ਮੰਤਰੀ ਮੰਡਲ ਬਣਨਾ ਚਾਹੀਦਾ, ਦੇਸ਼ ਦੇ ਕੰਮਕਾਜ ਲਈ ਜਿਹੜੀਆਂ ਮਿਨਿਸਟਰੀਆਂ ਆ ਉੱਥੇ ਬੰਦੇ ਪੂਰੇ ਹੋਣੇ ਚਾਹੀਦੇ ਨੇ। ਤੇ OBC ਦਾ ਰੌਲਾ ਪਾਉਣ ਦੇ ਨਾਲ ਹੁਣ ਜਿਹੜੀ ਇਹਨਾਂ ਦੀ ਨੀਤੀ ਆ ਉਹ ਸਿਰਫ ਔਰ ਸਿਰਫ ਉਸੇ ਗੱਲ ਨੂੰ ਇਸ਼ਾਰਾ ਕਰਦੀ ਆ। MBBS ਦੇ ਵਿੱਚ ਦਾਖਲਾ, ਫਿਰ ਜਦੋਂ ਪ੍ਰੋਬਲਮ ਆਉਂਦੀ ਆ ਡਾਕਟਰਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਤੇ ਫਿਰ ਤੁਸੀਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਪਹਿਲਾਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਇਸ ਗੱਲ ਦੀ ਗੱਲ ਕੀਤੀ ਕਿ ਹਿੰਦੂਵਾਦ ਨੂੰ ਖਤਰਾ ਆ, ਹਿੰਦੂਇਜ਼ਮ ਨੂੰ ਖਤਰਾ ਆ ਤੇ ਹਿੰਦੂ ਵੋਟਾਂ ਦਾ ਤੇ ਮੁਸਲਮਾਨ ਵੋਟਾਂ ਦਾ ਜਿਹੜਾ ਰੌਲਾ ਸੀ ਹੁਣ ਇਹ OBC ਤੇ ਦਲਿਤ ਵਾਲੇ ਪਾਸੇ ਨੂੰ ਹੋ ਗਿਆ। ਚਾਹੇ ਉਹ ਇਸ ਬਿੱਲ ਦੀ ਗੱਲ ਆ,
ਤੇ ਚਾਹੇ ਉਹਨਾਂ ਮੰਤਰੀਆਂ ਨੂੰ ਮੰਤਰੀ ਬਣਾਉਣ ਦੀ ਗੱਲ ਆ, ਚਾਹੇ ਯੂਪੀ ਦੇ ਵਿੱਚੋਂ ਕੁਝ ਅਜਿਹੇ ਮੰਤਰੀ ਲਏ ਤੇ ਚਾਹੇ ਬੰਗਾਲ ਦੇ ਵਿੱਚੋਂ ਕੁਝ ਮਿਨਿਸਟਰ ਬਣਾਏ, ਉਹ ਸਾਰਾ ਜਿਹੜਾ ਮਸਲਾ ਆ ਉਹ ਨੀਤੀ ਦਾ ਤੇ ਨੀਅਤ ਦਾ ਆ। OBC ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਆ, ਸਭ ਤੋਂ ਵੱਧ ਰਿਜ਼ਰਵੇਸ਼ਨ ਨੂੰ ਖਤਮ ਕਰਨ ਦਾ ਰੌਲਾ ਇਹੀ ਗੱਲ ਪਾਉਂਦੇ ਸੀ ਤੇ ਹੁਣ ਫੇਰ ਹੀ ਉਹਦੇ ਰਿਜ਼ਰਵੇਸ਼ਨ ਦੀ ਜਿਹੜੀ ਕੈਟਾਗਰੀ ਆ ਉਹਨੂੰ ਵਧਾਈ ਜਾ ਰਿਹਾ। ਬਿਲਗਾ ਸਾਹਿਬ, ਗੋਆ ਦੇ ਮੁੱਖ ਮੰਤਰੀ ਦਾ ਬਿਆਨ ਬੜਾ ਵਿਵਾਦਾਂ 'ਚ ਹੈ ਇਸ ਵੇਲੇ। ਸਵਲੀਨ ਜੀ, ਤੁਸੀਂ ਗੱਲ ਕਰ ਰਹੇ ਆ ਗੋਆ ਦੇ ਪ੍ਰਮੋਦ ਸਵੰਤ CM ਜਿਹੜੇ ਸੁਲੱਖਣੇ BJP ਨੇ ਲਾਏ ਆ ਕਿ ਪਿਛਲੇ ਦਿਨੀ ਇੱਕ ਘਟਨਾ ਵਾਪਰਦੀ ਆ ਤੇ 2 ਬੱਚੀਆਂ ਦੇ ਨਾਲ ਉੱਥੇ ਜਿਹੜਾ ਦੁਸ਼ਕਰਮ ਹੁੰਦਾ ਆ ਤੇ ਉਹਦੇ ਬਿਆਨ ਨੂੰ ਲੈ ਕੇ CM ਨੇ ਜਿਹੜਾ ਬਿਆਨ ਦਿੱਤਾ ਹੈ ਉਹ ਬਹੁਤ ਜ਼ਿਆਦਾ ਘਟੀਆ ਦਰਜੇ ਦਾ ਬਿਆਨ ਦਿੱਤਾ। ਤੁਸੀਂ ਸਟੇਟ ਦੇ ਮੁਖੀ ਹੋ, ਤੁਸੀਂ ਸਟੇਟ ਦੇ ਹੈੱਡ ਹੋ, ਪੁਲਿਸ ਤੁਹਾਡੇ ਅੰਦਰ ਡਾਇਰੈਕਟ ਆ ਤੇ ਫਿਰ ਜੇ ਤੇ ਇੱਕ ਸੂਬੇ ਦਾ ਮੁਖੀ ਇਦਾਂ ਦੇ ਬਿਆਨ ਦੇਵੇ ਵੀ 14 ਸਾਲਾਂ ਦੀਆਂ ਧੀਆਂ ਜਿਹੜੀਆਂ ਆ ਉਹ ਰਾਤ ਨੂੰ ਬਾਹਰ ਘੁੰਮਦੀਆਂ ਤੇ ਇਦਾਂ ਦੇ ਜਿਹੜੇ ਮਸਲੇ ਹੋਣੇ ਜਾਂ ਇਦਾਂ ਦਾ ਕਾਂਡ ਹੋਣਾ ਉਹ ਸੰਭਾਵਿਤ ਆ, ਉਹ ਸੰਭਵ ਆ ਤੇ ਇਹ ਉੱਥੇ ਦੇ ਗੋਆ ਦੇ ਲੋਕਾਂ ਦੇ ਵਿੱਚ ਇਸ ਗੱਲ ਨੇ ਬੜਾ ਬੁਰਾ ਮਨਾਇਆ। ਭਾਰਤ ਦੇ ਲੋਕਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ ਕਿਉਂਕਿ ਇੱਕ CM ਦਾ ਇਦਾਂ ਦਾ ਬਿਆਨ ਦੇਣਾ ਉਹ ਬਹੁਤ ਮੰਦਭਾਗਾ ਮੰਨਿਆ ਜਾਂਦਾ ਆ। ਤੇ ਪਰ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ BJP ਦਾ ਵੱਖ-ਵੱਖ ਰਾਜਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ, ਖਾਸ ਕਰਕੇ ਔਰਤਾਂ ਦੀ ਇੱਜ਼ਤ ਆਬਰੂ ਨੂੰ ਲੈ ਕੇ, ਜਿੱਦਾਂ ਦੇ ਇਹਨਾਂ ਦੇ ਮੰਤਰੀ, ਆਪਾਂ ਪਹਿਲੇ ਹਿੱਸੇ 'ਚ ਵੀ ਬਿਆਨ ਕੀਤਾ, ਮੰਤਰੀ ਇਹਨਾਂ ਦੇ ਜਾਂ ਇਹਨਾਂ ਦੇ ਲੀਡਰ ਜਾਂ ਇਹਨਾਂ ਦੇ ਪਾਰਟੀ ਦੇ ਉਹ ਕਾਰਕੁਨ ਇਦਾਂ ਦੇ ਬਿਆਨ ਦਿੰਦੇ ਆ ਜਿਨ੍ਹਾਂ ਤੋਂ ਕਦੀ ਆਸ ਕੀਤੀ ਨਹੀਂ ਜਾ ਸਕਦੀ ਵੀ ਔਰਤਾਂ ਦੀ ਕਦੀ ਇਹ ਪਾਰਟੀ ਵੀ ਕੋਈ ਇੱਜ਼ਤ ਕਰ ਸਕਦੀ ਆ ਜਾਂ ਉਹਨਾਂ ਦਾ ਵੀ ਕੋਈ ਖਿਆਲ ਰੱਖ ਸਕਦੀ ਆ। ਇਹ ਜਿਹੜਾ ਗੋਆ ਦੇ ਮੁੱਖ ਮੰਤਰੀ ਸਾਵੰਤ ਨੇ ਜਿਹੜਾ ਬਿਆਨ ਦਿੱਤਾ ਆ ਇਹ ਬੱਚੀਆਂ ਦੇ ਸੰਬੰਧ ਵਿੱਚ, ਇਹ ਬਹੁਤ ਮੰਦਭਾਗਾ ਆ ਤੇ ਲੋਕਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਸ਼ਰਮਾ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਗੋਆ ਇੱਕ ਬਹੁਤ ਛੋਟੀ ਤੇ ਬਹੁਤ ਖੂਬਸੂਰਤ ਸਟੇਟ ਆ ਹਿੰਦੁਸਤਾਨ ਦੀ ਤੇ ਸਭ ਤੋਂ ਜ਼ਿਆਦਾ ਵੱਡੀ ਗੱਲ ਜਿਹੜੀ ਆ ਉਹ ਟੂਰਿਜ਼ਮ ਨਾਲ ਜੁੜੀ ਹੋਈ ਆ। ਉੱਥੇ ਟੂਰਿਸਟ ਆਉਂਦੇ ਨੇ ਤੇ ਜਿੱਥੇ ਵੀ ਟੂਰਿਸਟ ਆਉਂਦੇ ਨੇ ਉੱਥੇ ਜਿਹੜੀ ਆ ਲਾਈਫ ਜਿਹੜੀ ਆ ਉਹ 24 ਘੰਟੇ ਦੀ ਹੋ ਜਾਂਦੀ। ਸਮੁੰਦਰ ਦਾ ਇਲਾਕਾ ਆ ਤੇ ਬਹੁਤ ਸਾਰੇ ਲੋਕ ਉੱਥੇ ਦਿਨ ਨੂੰ ਵੀ ਘੁੰਮਦੇ ਨੇ ਤੇ ਰਾਤ ਨੂੰ ਵੀ ਘੁੰਮਦੇ ਨੇ। ਸੋ ਮੁੱਖ ਮੰਤਰੀ ਦਾ ਇਹ ਕਹਿ ਦੇਣਾ ਕਿ ਰਾਤ ਨੂੰ ਕੋਈ ਬੰਦਾ ਘਰੋਂ ਬਾਹਰ ਕਿਉਂ ਗਿਆ, ਚਾਹੇ ਉਹ ਲੜਕਾ ਆ ਚਾਹੇ ਉਹ ਲੜਕੀ ਆ, 24 ਘੰਟੇ ਲੋਕੀ ਕੰਮ ਕਰਦੇ ਨੇ, ਅਲੱਗ-ਅਲੱਗ ਸ਼ਿਫਟਾਂ 'ਚ ਕੰਮ ਕਰਦੇ ਨੇ ਤੇ ਪੁਲਿਸ ਜਿਹੜੀ ਆ ਉਹ 24 ਘੰਟੇ ਪੁਲਿਸਿੰਗ ਤੇ ਰਹਿੰਦੀ ਆ। ਪੁਲਿਸ ਦੀ ਡਿਊਟੀ ਕੋਈ 8 ਘੰਟੇ ਦੀ ਤਾਂ ਹੈ ਨਹੀਂ। ਕੀ ਸੰਵਿਧਾਨ 'ਚ ਕਿਤੇ ਲਿਖਿਆ ਹੋਇਆ ਕਿ ਲਾਅ ਐਂਡ ਆਰਡਰ ਜਿਹੜਾ ਪੁਲਿਸ ਨੇ ਸਿਰਫ ਦਿਨ ਨੂੰ ਕੰਮ ਕਰਨਾ, ਦਿਨ ਨੂੰ ਹੀ ਕਾਇਮ ਰੱਖਣਾ ਹੈ ਲਾਅ ਐਂਡ ਆਰਡਰ ਤੇ ਰਾਤ ਨੂੰ ਮੁੱਖ ਮੰਤਰੀ ਸਾਹਿਬ ਸੌਂ ਜਾਂਦੇ ਨੇ। ਸੋ ਇਹ ਜਿਹੜੀ ਸ਼ਰਮਨਾਕ ਗੱਲ ਆ, ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਵੀ ਜਦੋਂ ਬੋਲਦੇ ਨੇ ਪੁੱਠਾ ਹੀ ਬੋਲਦੇ ਨੇ, ਜਿੱਦਾਂ ਪੰਜਾਬੀ 'ਚੋਂ ਕਹਿੰਦੇ ਨੇ ਕਿ ਮੁਰਦਾ ਬੋਲੂ ਤੇ ਖੱਫਣ ਹੀ ਫਾੜੂ। ਯਾਰ ਤੁਸੀਂ ਸਟੇਟ ਦੇ ਹੈੱਡ ਹੋ, 2 ਬੱਚੀਆਂ ਦੇ ਨਾਲ ਰੇਪ ਹੋ ਗਿਆ, ਉਹਨਾਂ ਦੀ ਸ਼ਾਇਦ ਮੌਤ ਹੋ ਗਈ, ਤੁਸੀਂ ਕਿੱਦਾਂ ਦੀ ਬਿਆਨ ਬੋਲਣ ਤੋਂ ਪਹਿਲਾਂ ਹੀ ਸੋਚ ਲਓ। ਤੁਹਾਡੇ ਆਪਣੇ ਬੱਚੇ ਨੇ ਜੋ ਪੜਨ ਜਾਂਦੇ ਨੇ, ਕਿਸੇ ਕੰਮ ਲਈ ਲੇਟ ਹੋ ਗਏ ਤੇ ਤੁਸੀਂ ਕੀ ਕਹੋਗੇ ਕਿ ਉਹ ਲੇਟ ਕਿਉਂ ਹੋਏ? ਲਾਅ ਐਂਡ ਆਰਡਰ ਜਿਹੜਾ ਹੈ ਉਹ ਟਾਈਮ ਦਾ ਪਾਬੰਦ ਤਾਂ ਨਹੀਂ ਹੈਗਾ। 24 ਘੰਟੇ ਸੁਰੱਖਿਆ ਜਿਹੜੀ ਉਹ ਮਿਲਣੀ ਚਾਹੀਦੀ ਹੈ। ਮੰਨ ਲਓ ਕਿ ਪ੍ਰਸ਼ਾਸਨ ਤੋਂ ਗਲਤੀ ਹੋਈ, ਮੰਨ ਲਓ ਕਿ ਸਮੱਸਿਆ ਜਿਹੜੀ ਸੀ ਨਹੀਂ ਹੱਲ ਹੋਈ, ਆਪਾਂ ਅੱਗੇ ਤੋਂ ਕੋਸ਼ਿਸ਼ ਕਰਾਂਗੇ। ਤੁਸੀਂ ਆਪਣੇ ਆਪ ਨੂੰ ਬਚਣ ਲਈ ਇਹੋ ਜਿਹੀਆਂ ਗੱਲਾਂ ਬੋਲਦੇ ਆ ਜਿਹੜੀਆਂ ਤੁਹਾਡੇ ਤੇ ਚਿੱਕੜ ਬਣ ਕੇ ਡਿੱਗਦੀਆਂ ਨੇ। ਚਾਹੇ ਗੋਆ ਦਾ ਮੁੱਖ ਮੰਤਰੀ ਹੋਵੇ, ਚਾਹੇ ਦਿੱਲੀ ਦੇ ਵਿੱਚ ਰੇਪ ਕਾਂਡ ਹੋਵੇ, ਚਾਹੇ ਕਿਤੇ ਹੋਰ ਹੋਵੇ, ਜਿਹੜਾ ਵੀ ਲੀਡਰ ਆ ਜਦੋਂ ਆਪਣੇ ਵੱਲ ਨੂੰ ਗੱਲ ਆਉਂਦੀ ਆ ਤੇ ਫਟਾਫਟ ਜਿਹੜਾ ਆ ਉਹ ਗੱਲ ਨੂੰ ਮੰਨਣ ਲਈ, ਸਮਝਣ ਲਈ, ਉਹਦੀ ਸੱਚਾਈ ਪਰਖਣ ਤੋਂ ਇਲਾਵਾ ਪਹਿਲਾਂ ਹੀ ਦੂਜੇ ਪਾਸੇ ਨੂੰ ਜਿਹੜੇ ਨੇ ਉਹ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਨੇ। ਇਹਨਾਂ ਨੂੰ ਖਰੇ ਇਦਾਂ ਲੱਗਦਾ ਆ ਕਿ ਇਹ ਸਾਰੇ 24 ਘੰਟੇ ਤੇ 12 ਮਹੀਨੇ ਤੇ 365 ਦਿਨ ਖਰੇ ਵੋਟਾਂ ਹੀ ਪੈ ਰਹੀਆਂ ਕਿ ਵਿਰੋਧੀ ਧਿਰ ਨੇ ਬਿਆਨ ਦਿੱਤਾ, ਤੁਸੀਂ ਉਸ ਬਿਆਨ ਦੇ ਉੱਤੇ ਪੁੱਠਾ ਬਿਆਨ ਦੇ ਦਿਓ। ਭਲੇ ਮਾਨਸੋ, ਪੜ੍ਹੇ ਲਿਖੇ ਬੰਦੇ ਹੋ, ਸੰਵਿਧਾਨਕ ਅਹੁਦਿਆਂ ਤੇ ਬੈਠੇ ਆ, ਮੁੱਖ ਮੰਤਰੀ ਤੁਸੀਂ ਸਟੇਟ ਦੇ ਬਣੇ ਹੋਏ ਹੋ। ਕਿਹੋ ਜੀ ਸਟੇਟ ਆ, ਕਿਹੋ ਜਿਹਾ ਉੱਥੇ ਵਾਤਾਵਰਣ ਆ, ਉੱਥੇ 24 ਘੰਟੇ ਰਹਿੰਦਾ ਹੀ ਦਿਨ ਆ, ਪਰ ਬੋਲਣ ਲੱਗੇ ਸੋਚਦੇ ਹੀ ਨਹੀਂ। ਤੁਸੀਂ ਕਿਸੇ ਦੀ ਜਾਨ ਦੇ ਉੱਤੇ ਰਾਜਨੀਤੀ ਨਾ ਕਰੋ। ਜਿਸ ਬੰਦੇ ਦੀ ਜਾਨ ਗਈ ਆ, ਤੁਹਾਡੇ ਪ੍ਰਸ਼ਾਸਨ ਦੀ ਨਾਕਾਮਯਾਬੀ ਨਾਲ ਗਈ ਆ, ਫਿਰ ਤੁਸੀਂ ਉੱਤੇ ਕਹੀ ਜਾਂਦੇ ਕਿ ਉਹ ਰਾਤ ਨੂੰ ਘਰੋਂ ਬਾਹਰ ਕਿਉਂ ਗਏ। ਨਾਲੇ ਮੁੱਦਾ ਕਿੰਨਾ ਸੈਂਸਿਟਿਵ ਹੈ ਉਹ ਤੇ ਸੋਚੋ। ਬਿਲਕੁਲ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਬਿਲਗਾ ਜੀ, ਸ਼ਰਮਾ ਜੀ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਨਵਾਂ ਐਪੀਸੋਡ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਹੋਰ ਪ੍ਰੋਗਰਾਮਾਂ ਲਈ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।